है। धन श्री गुरु नानक साहिब जी महाराज जी के प्रकाश पुरब नूं समर्पित आपां संगत रूप दे विच इकत्तर होए हां तां कि जो सतगुरां दा उपदेश है, जो सतगुरां ने कलयुग दे विच आके सानू कलयुगी जीवां नूं ज्ञान बख्शिश कीता है, उस नूं आपां विचारीए, समझिए, कमा के अपने जीवन नूं सफल कर सकीए। अकाल पुरख वाहिगुरू जुगां तो संसार पैदा किया है, समय समय ते अपने प्यारियां नूं, अपने अवतारां नूं, पैगंबरां नूं इस संसार दे विच भेजदा रहा है, जनाउंदा रहा है, जो आप उस दे नाल मिलाप कर सकीए, जो सानू अपना ज्ञान भुल चुकिया है उस नूं आपां समझ सकीए। सतगुरु जी जिस समय संसार दे विच आए उस समय भी अज्ञानता दा घोर अंधेर सी। परमेश्वर दे नां ते धर्म दे नां ते पखंड दा बोलबाला सी ते ज्ञान नहीं सी। ते फिर सतगुरां ने आके संसार नूं ज्ञान बख्शिश कीता। ते समझाया कि संसार दे विच किवें पखंड हो रहा है, किवें धर्म दे नां ते उस समय दे जिहड़े पंडित सी, मौलवी सी, किवें लोकां नूं भरम दे विच पा रहे सी। ते सतगुरां ने उसका विरोध किया ते लोकां नूं ज्ञान बख्शिश किया। जिन्हां जीवां नूं सतगुरां दे ज्ञान ते भरोसा आया उन्हां फिर संगत कीती। इस तरीके दे नाल जिहड़ा मनोरथ उस समय सतगुरां ने समझाया है वो सानू गुरबाणी दे विच लिखती रूप दे विच दे दिता है। क्योंकि ये जो ज्ञान है, जो भी जीव जिसनों परमेश्वर ने भेजा ते ज्ञान बख्शिश किया, ये बड़ा अमुल्यक ज्ञान है ते अमर हुंदा है ये ज्ञान, क्योंकि परमेश्वर वालों दिता होया है। तो ज्ञान अपने कोल श्री गुरु ग्रंथ साहिब जी की बाणी दे विच मौजूद है ते आपां उस नूं समझना है, विचारना है। सतगुरु जी समझाउंदे ने कि कलयुग दे विच कलकाती राजे कसाई धर्म पंख कर उडरिया, कूड़ अमावस सच चंद्रमा दिसै न कह चढ़िया। संसार दे विच जिवें कूड़ दी मस्या दी रात हुंदी है, इदां ही कूड़ दी बोलबाला सी, अज्ञानता दा अंधेरा सी। अमावस दी रात नूं चंद्रमा नहीं चढ़दा, इदां ही किते भी कोई ज्ञान देण वाला नहीं सी। क्योंकि रात नूं जे चानण हुंदा सी
ਤਾਂ ਚੰਦਰਮਾ ਦੁਆਰਾ ਹੁੰਦਾ ਸੀ। ਚੰਦਰਮਾ ਚੜ੍ਹਿਆ ਨਹੀਂ ਤੇ ਅੰਧੇਰਾ ਹੈ। ਤੇ ਰਾਜੇ ਜਿਹੜੇ ਸੀ ਕਸਾਈ ਸੀ, ਕਸਾਈਆਂ ਦਾ ਰੂਪ ਧਾਰਨ ਕਰ ਚੁੱਕੇ ਸੀ। ਹੋਂ ਭਾਲ ਵਿਕੁਨੀ ਹੋਈ, ਅੰਧੇਰੇ ਰਾਹ ਨਾ ਦੀਸੈ ਕੋਈ। ਇੱਦਾਂ ਹੀ ਸਮਝਾਉਂਦੇ ਨੇ ਕਿ ਅੰਧੇਰੇ ਦੇ ਵਿੱਚ ਜਿਵੇਂ ਰਾਹ ਨਹੀਂ ਦਿਸਦਾ, ਇੱਦਾਂ ਹੀ ਪਰਮੇਸ਼ਰ ਦਾ ਕਿਸੇ ਨੂੰ ਗਿਆਨ ਨਹੀਂ ਸੀ। ਕੋਈ ਐਸਾ ਜੀਵ ਨਹੀਂ ਸੀ ਜਿਹੜਾ ਉਸ ਸਮੇਂ ਦੇ ਜੀਵਾਂ ਨੂੰ ਇਹ ਗਿਆਨ ਬਖਸ਼ਿਸ਼ ਕਰ ਸਕਦਾ ਕਿ ਕਿਵੇਂ ਆਪਾਂ ਅਗਿਆਨਤਾ ਨੂੰ ਦੂਰ ਕਰਨਾ ਹੈ। ਫਿਰ ਜਦੋਂ ਸਤਿਗੁਰੂ ਜੀ ਸੰਸਾਰ ਦੇ ਵਿੱਚ ਪ੍ਰਗਟ ਹੋਏ, ਗੁਰਮੁਖ ਰੂਪ ਦੇ ਵਿੱਚ ਪ੍ਰਗਟ ਹੋਏ, ਤੇ ਫਿਰ ਇਹ ਅਗਿਆਨਤਾ ਦਾ ਜਿਹੜਾ ਅੰਧੇਰਾ ਸੀ ਦੂਰ ਹੋਇਆ। ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛੁਪੇ ਅੰਧੇਰ ਪਲੋਆ। ਜਿਉਂ ਤਾਂ ਸੂਰਜ ਨਿਕਲਦਾ ਹੈ, ਤਾਰੇ ਛੁਪ ਜਾਂਦੇ ਨੇ। ਇੱਦਾਂ ਹੀ ਜਦੋਂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਸੰਸਾਰ ਦੇ ਵਿੱਚ, ਜਿਹੜੇ ਜੀਵ ਆਪਣੇ ਆਪ ਨੂੰ ਗਿਆਨਵਾਨ ਕਹਾਉਂਦੇ ਸੀ, ਉਹ ਛਪਣੇ ਸ਼ੁਰੂ ਹੋ ਗਏ। ਕਿਉਂਕਿ ਰਾਤ ਨੂੰ ਤਾਰੇ ਚਮਕਦੇ ਹਨ, ਜਦੋਂ ਦਿਨ ਚੜ੍ਹ ਜਾਂਦਾ ਹੈ ਤਾਰੇ ਦੀ ਹੋਂਦ ਹੁੰਦੀ ਹੈ, ਲੇਕਿਨ ਚਮਕਦੇ ਨਹੀਂ। ਉੱਦਾਂ ਅਗਿਆਨਤਾ ਵਸ ਲੋਕਾਂ ਨੂੰ ਫਿਰ ਉਹੀ ਜਿਹੜੇ ਜੀਵ ਸੀ ਉਸ ਸਮੇਂ ਦੇ ਪੰਡਿਤ ਮੌਲਵੀ, ਉਹੀ ਚਾਨਣ ਦੇਣ ਦੀ ਕੋਸ਼ਿਸ਼ ਕਰਦੇ ਸੀ। ਲੇਕਿਨ ਜਦੋਂ ਗੁਰੂ ਸਾਹਿਬ ਜੀ ਸੰਸਾਰ 'ਚ ਆਏ ਤੇ ਉਹ ਵੀ ਛਿਪ ਗਏ। ਇਸ ਤਰੀਕੇ ਨਾਲ ਸਤਿਗੁਰਾਂ ਨੇ ਆ ਕੇ ਫਿਰ ਗਿਆਨ ਦੇਣਾ ਸ਼ੁਰੂ ਕੀਤਾ। ਤੇ ਉਸ ਸਮੇਂ ਤਿੰਨ ਤਰ੍ਹਾਂ ਦੇ ਜੀਵ ਸੀ, ਤਿੰਨ ਧਰਮ ਦੇ ਲੋਕ, ਜਿਹੜੇ ਤਿੰਨ ਮੱਤਾਂ ਜਿਹਨੂੰ ਆਪਾਂ ਕਹਿੰਦੇ ਹਾਂ। ਜੋਗ ਮਤ ਸੀ, ਹਿੰਦੂ ਮਤ ਸੀ ਤੇ ਇਸਲਾਮਕ ਮਤ ਸੀ। ਤਿੰਨ ਮਤਾਂ ਦੇ ਲੋਕ ਸਨ। ਤੇ ਤਿੰਨਾਂ ਦੇ ਜਿਹੜੇ ਜੀਵ ਸੀ, ਸਿਰਫ ਬਾਹਰੀ ਗਿਆਨ ਸੀ, ਮਨ ਦਾ ਗਿਆਨ ਨਹੀਂ ਸੀ। ਮਨ ਦੀ ਸੋਝੀ ਨਹੀਂ ਸੀ ਤੇ ਆਪਣੇ ਆਪ ਦਾ ਗਿਆਨ ਨਹੀਂ ਸੀ ਲੈਂਦੇ, ਲੋਕਾਂ ਨੂੰ ਸਿਰਫ ਗਿਆਨ ਦਿੰਦੇ ਸੀ। ਦਰਗਾਹ ਦਾ ਕੋਈ ਗਿਆਨ ਨਹੀਂ ਸੀ ਜਿੱਥੇ ਸਾਨੂੰ ਇਹ ਗਿਆਨ ਪ੍ਰਾਪਤ ਹੋਣਾ ਸੀ। ਮਹਾਰਾਜ ਸਮਝਾਉਂਦੇ ਨੇ, ਕਾਇਆ ਕਾਗਦ ਮਨ ਪ੍ਰਵਾਣਾ, ਸਿਰ ਕੇ ਲੇਖ ਨ ਪੜੇ ਇਹ ਆਣਾ। ਦਰਗਾਹ ਘੜੀਐ ਤੀਨੇ ਲੇਖ, ਖੋਟਾ ਕੰਮ ਨ ਆਵੈ ਵੇਖ। ਦਰਗਾਹ ਦੇ ਵਿੱਚ ਜਿੱਥੇ ਖੋਟਾ ਨਹੀਂ ਕੰਮ ਆਉਂਦਾ, ਤੇ ਉੱਥੇ ਦਾ ਗਿਆਨ ਨਹੀਂ ਸੀ। ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੇ ਸਭ ਕੋਈ। ਜੇ ਫਿਰ ਸਾਨੂੰ ਇਹ ਗਿਆਨ ਪ੍ਰਗਟ ਹੋ ਜਾਵੇ, ਜਿਵੇਂ ਕੀਮਤ ਖੋਟੇ ਦੀ ਨਹੀਂ ਪੈਂਦੀ, ਕੀਮਤ ਪੈਂਦੀ ਹੈ ਖਰੇ ਦੀ। ਰੂਪਾ ਆਪਾਂ ਚਾਂਦੀ ਨੂੰ ਕਹਿ ਦਿੰਦੇ ਹਾਂ। ਏਦਾਂ ਹੀ ਸਾਡਾ ਜਿਹੜਾ ਮਨ ਦਾ ਰੂਪ ਹੈ, ਉਹ ਵੀ ਹੀਰਿਆਂ ਦੀ ਤਰ੍ਹਾਂ ਹੈ। ਜੇ ਕਿਤੇ ਜੋਤ ਪ੍ਰਗਟ ਹੋ ਜਾਵੇ, ਸਾਨੂੰ ਆਪਣੇ ਰੂਪ ਦਾ ਗਿਆਨ ਹੋ ਜਾਵੇ, ਫਿਰ ਅਸੀਂ ਖਰੇ ਹੋ ਜਾਂਦੇ ਹਾਂ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ, ਪਰ ਉਦੋਂ ਗਿਆਨ ਨਹੀਂ ਸੀ ਜੀਵਾਂ ਨੂੰ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ, ਕੀ ਸੀ ਕਹਿੰਦੇ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਕਾਏ। ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕੇ ਬੰਦ। ਜੋਗੀ ਨੂੰ ਜੁਗਤ ਨਹੀਂ ਸੀ ਪਤਾ। ਬ੍ਰਾਹਮਣ ਵੀ ਨਾਮ ਦੇ ਨਾਂ ਤੇ ਲੋਕਾਂ ਨੂੰ ਲੁੱਟਦਾ ਸੀ। ਕਾਦੀ ਵੀ ਕੂੜ ਬੋਲ ਕੇ ਹੀ ਪੂਜਾ ਦਾ ਤਨ ਖਾਂਦਾ ਸੀ, ਕਿਉਂਕਿ ਜਿਹੜਾ ਪੂਜਾ ਦਾ ਤਨ ਖਾਣਾ ਹੈ ਵਿਖਾ ਹੈ। ਜੀਵਾਂ ਨੂੰ ਲੁੱਟਣਾ
ਜੀ ਆਘਾਤ ਹੈ ਕਿਸੇ ਨੂੰ ਗਲਤ ਮਾਰਗ ਤੇ ਪਾਉਣਾ। ਏਦਾਂ ਤਿੰਨੇ ਹੀ ਉਜਾੜੇ ਦੇ ਬੰਦ ਸੀ। ਸੋ ਜੋਗੀ ਜੋ ਜੁਗਤ ਪਛਾਣੈ। ਤੇ ਜੋਗੀ ਕਿਹੋ ਜਿਹਾ ਹੋਣਾ ਚਾਹੀਦਾ? ਜਿਹੜਾ ਜੁਗਤ ਨੂੰ ਪਹਿਚਾਣ ਲੈਂਦਾ। ਗੁਰ ਪ੍ਰਸਾਦੀ ਇੱਕੋ ਜਾਣੈ। ਕਾਜੀ ਸੋਇ ਜੋ ਉਲਟੀ ਕਰੈ, ਗੁਰ ਪ੍ਰਸਾਦੀ ਜੀਵਤ ਮਰੈ। ਗੁਰ ਦਾ ਗਿਆਨ ਲੈ ਕੇ ਜੀਵਤ ਮਰਨਾ, ਆਪੇ ਦਾ ਗਿਆਨ ਹੋਣਾ, ਆਪਣੇ ਰੂਪ ਨੂੰ ਪਹਿਚਾਨਣਾ, ਉੱਥੇ ਫਿਰ ਉਹ ਕਾਜੀ ਸੀ, ਉਹ ਜੋਗੀ ਸੀ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਆਪ ਤਰੇ ਪਿਤਰੀ ਕੁਲ ਤਾਰੇ। ਬ੍ਰਾਹਮਣ ਸੀ ਜੇ ਬ੍ਰਹਮ ਦੀ ਵਿਚਾਰ ਕਰਨੀ, ਲੇਕਿਨ ਉਹ ਲੋਕਾਂ ਨੂੰ ਲੁੱਟਦਾ ਸੀ। ਇਸ ਤਰੀਕੇ ਨਾਲ ਉਸ ਸਮੇਂ ਦੇ ਜਿਹੜੇ ਹਾਲਾਤ ਸੀ ਏਦਾਂ ਦੇ ਸੀ ਜਦੋਂ ਸਤਿਗੁਰੂ ਜੀ ਸੰਸਾਰ ਦੇ ਵਿੱਚ ਤੇ ਸਤਿਗੁਰੂ ਸਮਝਾਉਂਦੇ ਨੇ, ਦਾਨ ਸਮੰਦ ਸੋਈ ਦਿਲ ਧੋਵੈ। ਤੇ ਉਹੀ ਸੀ ਜਿਹੜਾ ਆਪਣੇ ਦਿਲ ਨੂੰ ਧੋਂਦਾ ਹੈ। ਪੜਿਆ ਪੰਡਤ ਸੋ ਪ੍ਰਵਾਨ, ਜਿਸ ਸਿਰ ਦਰਗਹਿ ਕਾ ਨਿਸ਼ਾਨ। ਏਦਾਂ ਸਮਝਾਇਆ ਵੀ ਜੋਗੀ ਇਹੋ ਜਿਹਾ ਹੋਣਾ ਚਾਹੀਦਾ ਹੈ, ਮੁਸਲਮਾਨ ਇਹੋ ਜਿਹਾ ਹੋਣਾ ਚਾਹੀਦਾ ਹੈ। ਮੁਸਲਮਾਨ ਮੋਮ ਦਿਲ ਹੋਵੇ, ਵੀ ਮੁਸਲਮਾਨ ਮੋਮ ਦਿਲ ਹੋਣਾ ਚਾਹੀਦਾ ਹੈ। ਜਿਹੜਾ ਕਿਸੇ ਤੇ ਜੁਰਮ ਕਰਦਾ ਮੁਸਲਮਾਨ ਨਹੀਂ ਹੋ ਸਕਦਾ। ਏਦਾਂ ਸਤਿਗੁਰਾਂ ਨੇ ਉਸ ਸਮੇਂ ਗਿਆਨ ਦਿੱਤਾ। ਤੇ ਜੋ ਸਤਿਗੁਰਾਂ ਦੀ ਬਾਣੀ ਦੇ ਵਿੱਚ ਫਿਰ ਜੋ ਉਹਨਾਂ ਨੂੰ ਸਤਿਗੁਰਾਂ ਨੂੰ, ਕਿਉਂਕਿ ਹਰ ਇੱਕ ਧਰਮ ਦੇ ਵਿੱਚ ਪਹਿਲਾਂ ਜਦੋਂ ਸਾਡਾ ਜੀਵਨ ਦਾ ਬਚਪਨ ਲੰਘਦਾ ਸੀ, ਫਿਰ ਸਾਨੂੰ ਧਰਮ ਦੇ ਵਿੱਚ ਪ੍ਰਵੇਸ਼ ਕਰਵਾਇਆ ਜਾਂਦਾ ਸੀ, ਜਾਂ ਮੱਤ ਦੇ ਵਿੱਚ ਗੁਰ ਦੀ ਮੱਤ ਲੈਣੀ ਪੈਂਦੀ ਸੀ, ਗੁਰੂ ਧਾਰਨ ਕਰਨਾ ਪੈਂਦਾ ਸੀ। ਪਹਿਲਾਂ ਇਹ ਨਿਯਮ ਸੀ ਪਹਿਲੇ ਜ਼ਮਾਨਿਆਂ ਦੇ ਵਿੱਚ। ਜਦੋਂ ਬਚਪਨ ਲੰਘਦਾ ਸੀ 12-13 ਸਾਲ ਦੀ ਉਮਰ ਦੇ ਵਿੱਚ, ਫਿਰ ਉਸ ਨੂੰ ਗੁਰ ਦਾ ਗਿਆਨ ਲੈ ਕੇ ਉਸ ਨੂੰ ਉਸ ਗੁਰ ਦੇ ਮੱਤ ਦੇ ਧਾਰਨੀ ਬਣਾਇਆ ਜਾਂਦਾ ਸੀ। ਅੱਜ ਵੀ ਹੈ, ਆਪਣੇ ਧਰਮ ਨੂੰ ਛੱਡ ਕੇ ਅੱਜ ਵੀ ਏਦਾਂ ਉਹਨਾਂ ਨੂੰ ਧਰਮ ਦੇ ਵਿੱਚ ਪ੍ਰਵੇਸ਼ ਕਰਵਾਇਆ ਜਾਂਦਾ ਹੈ। ਤੇ ਉਸ ਸਮੇਂ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਨੂੰ ਵੀ ਜਦੋਂ ਉਹਨਾਂ ਦੇ ਬਚਪਨ ਤੋਂ ਬਾਅਦ ਉਹਨਾਂ ਨੂੰ ਗੁਰੂ ਵਾਲੇ ਬਣਾਉਣਾ ਚਾਹਿਆ, ਤੇ ਫਿਰ ਗੁਰੂ ਸਾਹਿਬ ਜੀ ਨੇ, ਕਿਉਂਕਿ ਜੋ ਹਿੰਦੂ ਮਤ ਸੀ ਉਸ ਦੇ ਵਿੱਚ ਜਨੇਊ ਪਹਿਨਾਇਆ ਜਾਂਦਾ ਸੀ ਬ੍ਰਾਹਮਣ ਦੇ ਵੱਲੋਂ। ਬ੍ਰਾਹਮਣ ਆਉਂਦਾ ਸੀ, ਜੇਊ ਪਹਿਨਾਉਂਦਾ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਨੇਊ ਪਹਿਨਾਉਣਾ ਚਾਹਿਆ, ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ। ਤੇ ਉਹ ਕਿਹੜਾ ਜਨੇਊ ਸੀ ਜਿਸ ਜਨੇਊ ਨੂੰ ਪਹਿਨਣ ਤੋਂ ਇਨਕਾਰ ਕੀਤਾ? ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਨੇਊ ਨੂੰ ਪਹਿਨਣ ਤੋਂ ਇਨਕਾਰ ਨਹੀਂ ਕੀਤਾ, ਪਰ ਜਿਹੜਾ ਜਨੇਊ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਨਣਾ ਚਾਹੁੰਦੇ ਸੀ, ਉਸ ਬ੍ਰਾਹਮਣ ਦੇ ਕੋਲ ਹੈ ਨਹੀਂ ਸੀ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਫਿਰ ਉਸ ਸਮੇਂ ਦੇ ਬ੍ਰਾਹਮਣ ਨੂੰ ਆਖਿਆ ਕਿ ਮੈਨੂੰ ਜਿਹੜਾ ਜਨੇਊ ਤੂੰ ਲੈ ਕੇ ਆਇਆ ਹੈ, ਇਹ ਮੈਂ ਨਹੀਂ ਪਹਿਨਣਾ। ਜੇ ਮੈਨੂੰ ਜਨੇਊ ਪਹਿਨਾਉਣਾ ਹੈ, ਫਿਰ ਉਹ ਜਨੇਊ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਹ ਫਿਰ ਸਤਿਗੁਰਾਂ ਨੇ ਸਮਝਾਇਆ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ। ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ।
ਵੀ ਹੈ ਪੰਡਤ, ਇਹ ਜਨੇਊ ਜਿਹੜਾ ਮਨ ਦਾ ਜਨੇਊ ਹੈ ਤਾਂ ਤਨ ਦਾ ਜਨੇਊ ਜਿਹੜਾ ਬਾਹਰ ਪਾ ਲਿਆ, ਤਨ ਨੂੰ ਪਾ ਦਿੱਤਾ, ਲੇਕਿਨ ਮਨ ਦਾ ਨਹੀਂ ਹੈ। ਇਹ ਮਨ ਦਾ ਜਨੇਊ ਜਿਹੜਾ ਹੈ ਉਹ ਕਪਾਹ ਦਇਆ ਦੀ ਹੋਏਗੀ। ਕਹਿਣ ਤੋਂ ਭਾਵ ਸਾਡੇ ਅੰਦਰ ਦਇਆ ਆਏਗੀ, ਦਇਆ ਪ੍ਰਵੇਸ਼ ਕਰੇਗੀ, ਮਨ ਨੂੰ ਸੰਤੋਖ ਆਏਗਾ, ਸੰਤੋਖ ਦਾ ਸੂਤ ਹੋਏਗਾ। ਜਤ ਸਤ ਦੀਆਂ ਗੰਢਾਂ ਹੋਣਗੀਆਂ, ਜਤ ਦੀਆਂ ਗੰਢਾਂ ਹੋਣਗੀਆਂ ਤੇ ਸਤ ਦਾ ਵੱਟ ਚੜਿਆ ਹੋਏਗਾ। ਇਹ ਜਨੇਊ ਜੇ ਤੇਰੇ ਕੋਲ ਹੈਗਾ ਫਿਰ ਮੈਨੂੰ ਪਾ ਦੇ, ਕਿਉਂਕਿ ਇਹ ਜਿਹੜਾ ਜਨੇਊ ਅਸੀਂ ਦੱਸਿਆ ਹੈ ਤੁਹਾਨੂੰ, ਇਹ ਨਾ ਤਾਂ ਟੁੱਟਦਾ ਹੈ, ਨਾ ਇਸ ਨੂੰ ਮੈਲ ਲੱਗਦੀ, ਤੇ ਨਾ ਇਹ ਜਲਦਾ ਹੈ ਤੇ ਨਾ ਕਿਤੇ ਜਾਂਦਾ ਹੈ। ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੇ ਨਾ ਜਾਏ। ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੈ ਪਾਏ। ਵੀ ਉਹ ਧਨ ਨੇ ਮਾਨਸ ਜਿਨ੍ਹਾਂ ਨੇ ਐਸਾ ਜਨੇਊ ਗਲ ਦੇ ਵਿੱਚ ਪਾ ਲਿਆ। ਤੇ ਜਿਹੜਾ ਤੂੰ ਲੈ ਕੇ ਆਇਆ ਉਹ ਕਿਹੋ ਜਿਹਾ? ਮਤਲਬ ਕਹਿੰਦੇ ਚੌਕੜ ਮੁੱਲ ਅਨਾਇਆ, ਬੈ ਚੌਕੇ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ। ਕਹਿੰਦੇ ਤੂੰ ਤਾਂ ਮੁੱਲ ਲੈ ਕੇ ਆਇਆ 4 ਕੌਡੀਆਂ ਦਾ, ਤੇ ਚੌਕੇ ਤੇ ਬਿਠਾ ਕੇ ਤੂੰ ਪਾ ਦੇਣਾ ਤੇ ਕਹਿਣਾ ਹੈ ਕਿ ਅੱਜ ਤੋਂ ਬ੍ਰਾਹਮਣ ਤੇਰਾ ਗੁਰੂ ਹੈ। ਉਹ ਮੂਆ ਉਹ ਚੜ ਪਿਆ, ਬੇਤੱਕਾ ਗਿਆ। ਬੇ ਤਾਂ ਜਿਸ ਦਿਨ ਮਰਨਾ ਹੈ ਇਹ ਇੱਥੇ ਹੀ ਰਹਿ ਜਾਣਾ ਹੈ, ਤੇ ਤਾਂ ਬਿਨਾਂ ਜਨੇਊ ਤੋਂ ਤੱਕ ਤੋਂ ਬਿਨਾਂ ਹੀ ਚਲੇ ਜਾਵਾਂਗੇ। ਤੇ ਫਿਰ ਇਹ ਵੀ ਸਮਝਾਇਆ ਵੀ ਜਿਹੜਾ ਜਨੇਊ ਇਹ ਮਿਲਣਾ ਕਿੱਥੋਂ ਹੈ, ਕਿਵੇਂ ਮਿਲਣਾ ਹੈ। ਨਾਇ ਮੰਨਿਆ ਪਤ ਉਪਜੈ, ਸਾਲਾਹੀ ਸੱਚ ਸੂਤ, ਦਰਗਹਿ ਅੰਦਰ ਪਾਈਐ ਤਗ ਨ ਟੁੱਟ ਸਪੂਤ। ਵੀ ਜਿਹੜਾ ਜਨੇਊ ਹੈ ਇੱਥੋਂ ਨਹੀਂ ਮਿਲਣਾ, ਦਰਗਾਹ ਚੋਂ ਮਿਲਣਾ ਹੈ। ਪਰ ਦਰਗਾਹ ਦੇ ਵਿੱਚੋਂ ਕਦੋਂ ਮਿਲਣਾ ਹੈ? ਪਹਿਲਾਂ ਸਾਨੂੰ ਗੁਰ ਦੀ ਸਿੱਖ ਲੈਣੀ ਪਏਗੀ, ਫਿਰ ਗੁਰ ਦੀ ਸਿੱਖ ਨੂੰ ਮੰਨਣਾ ਪਏਗਾ, ਫਿਰ ਉਸ ਦੀ ਸਿਫਤ ਸਲਾਹ ਕਰਨੀ ਪਏਗੀ, ਫਿਰ ਜਾ ਕੇ ਇਹ ਜਨੇਊ ਪ੍ਰਾਪਤ ਹੁੰਦਾ ਹੈ। ਦਰਗਹਿ ਅੰਦਰ ਪਾਈਐ ਤਗ ਨ ਟੁੱਟ ਸਪੂਤ। ਹੁਣ ਇਹ ਜਨੇਊ ਹੈ ਜਿੱਥੇ ਸਾਨੂੰ ਸਤਿਗੁਰਾਂ ਨੇ ਬਾਣੀ ਦੇ ਵਿੱਚ ਸਮਝਾਇਆ ਹੈ, ਉੱਥੇ ਜਿੱਥੇ ਬਾਣੀ ਦਾ ਪ੍ਰਕਾਸ਼ ਹੋਇਆ ਉੱਥੇ ਇੱਕ ਤੀਰਥ ਤਿਆਰ ਕੀਤਾ ਗਿਆ। ਇਹ ਜੋ ਆਪਾਂ ਤਸਵੀਰ ਰੱਖੀ ਹੈ, ਇਹ ਜਿੱਥੇ ਸਤਿਗੁਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਪਹਿਲਾਂ, ਜਦੋਂ ਹਾਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੋਥੀ ਪਰਮੇਸ਼ਰ ਦਾ ਥਾਨ ਇਹ ਰੁਤਬਾ ਸੀ। ਤੇ ਹਰਿਮੰਦਰ ਸਾਹਿਬ ਦੇ ਵਿੱਚ, ਇਹ ਹਰਿਮੰਦਰ ਸਾਹਿਬ ਹੈ, 3 ਗੁਰੂ ਸਾਹਿਬਾਨਾਂ ਦੇ ਵੱਲੋਂ ਇਹ ਜਿਹੜਾ ਸਥਾਨ ਆਪਾਂ ਦੇਖਦੇ ਹਾਂ ਇਹ ਤਿਆਰ ਕਰਵਾਇਆ ਗਿਆ। ਸਰੋਵਰ ਚੌਥੇ ਪਾਤਸ਼ਾਹ ਜੀ ਵੱਲੋਂ ਤੇ ਹਰਿਮੰਦਰ ਸਾਹਿਬ ਪੰਚਮ ਪਾਤਸ਼ਾਹ ਜੀ ਵੱਲੋਂ ਤੇ ਅਕਾਲ ਤਖ਼ਤ ਸਾਹਿਬ 6ਵੇਂ ਪਾਤਸ਼ਾਹ ਜੀ ਵੱਲੋਂ, 3 ਗੁਰੂ ਸਾਹਿਬਾਨਾਂ ਦੇ ਵੱਲੋਂ ਇਹ ਜਿਹੜਾ ਸਥਾਨ ਹੈ, ਇਹ ਜਿਹੜਾ ਤੀਰਥ ਹੈ, ਇਹ ਤਿਆਰ ਕਰਵਾਇਆ ਗਿਆ ਹੈ। ਤੇ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਦੋਂ ਪੋਥੀ ਪਰਮੇਸ਼ਰ ਦਾ ਥਾਨ, ਤੇ ਇੱਥੇ ਪ੍ਰਕਾਸ਼ ਕੀਤਾ ਗਿਆ। ਤੇ ਬਾਬਾ ਬੁੱਢਾ ਜੀ ਨੂੰ ਜੋ ਪਹਿਲਾ ਗ੍ਰੰਥੀ, ਜੋ ਇਤਿਹਾਸ ਦੱਸਦਾ ਹੈ ਕਿ ਜਿਹੜਾ ਸਭ ਤੋਂ ਪਹਿਲਾ ਗ੍ਰੰਥੀ ਹੋਇਆ ਉਹ ਬਾਬਾ ਬੁੱਢਾ ਜੀ ਹੋਏ, ਕਿਉਂਕਿ ਉਹਨਾਂ ਨੂੰ ਗਿਆਨ ਸੀ ਬ੍ਰਹਮ ਦਾ। ਉਸ ਸਮੇਂ ਤੱਕ 4-5 ਗੁਰੂ ਸਾਹਿਬਾਨਾਂ ਦਾ ਸੰਗ ਕਰ ਚੁੱਕੇ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਮੇਂ ਤੋਂ ਉਹ ਸੰਗੀ ਸਨ। ਇਸ ਕਰਕੇ ਉਹਨਾਂ ਨੂੰ ਗ੍ਰੰਥੀ ਲਾਇਆ ਗਿਆ। ਤੇ ਉਸ ਦੇ ਵਿੱਚ ਫਿਰ ਗਿਆਨ ਕਿਹੜਾ ਸੀ? ਆਰਾਧਨ ਦਾ, ਪਰਮੇਸ਼ਰ ਨੂੰ, ਸਤਿਗੁਰ ਦਾ ਗਿਆਨ ਸੀ। ਪੂਰਨ ਜਿਵੇਂ ਕਹਿੰਦੇ 8 ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ।
ਅੱਠ ਪਹਿਰ ਆਰਾਧਨ ਦੇ ਨਾਲ। ਅੱਠ ਪਹਿਰ ਆਰਾਧਨਾ ਕੀ ਹੈ? ਗੁਰ ਦਾ ਗਿਆਨ ਲੈ ਕੇ ਜਦੋਂ ਅਸੀਂ ਗੁਰੂ ਨੂੰ ਕਮਾ ਲੈਂਦੇ ਹਾਂ ਤੇ ਭਰਮ ਖਤਮ ਹੋ ਜਾਂਦਾ ਹੈ, ਤੇ ਫਿਰ ਅੱਠੇ ਪਹਿਰ ਆਰਾਧਦੇ ਹਾਂ, ਕਿਉਂਕਿ ਦੂਜਾ ਇੱਥੇ ਕੋਈ ਹੈ ਨਹੀਂ। ਜੋ ਦਿਸੈ ਸੋ ਤੇਰਾ ਰੂਪ, ਜੋ ਦਿਸਦਾ ਉਸੇ ਦਾ ਰੂਪ ਹੈ। ਸਾਰਿਆਂ ਦੇ ਵਿੱਚ ਅਵਸਥਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭ ਘਟ ਮੇਰੇ ਹੋ ਸਭਨਾ ਅੰਦਰ। ਇਸ ਕਰਕੇ ਫਿਰ ਗਿਆਨ ਹੋ ਜਾਂਦਾ ਉਸ ਪ੍ਰਭੂ ਦਾ। ਫਿਰ ਅੱਠੇ ਪਹਿਰ ਆਰਾਧਨਾ ਹੋ ਜਾਂਦਾ ਹੈ, ਸਤਿਗੁਰ ਦਾ ਗਿਆਨ ਹੋ ਜਾਂਦਾ ਹੈ। ਤੇ ਫਿਰ ਸਾਨੂੰ ਸਮਝਾਇਆ ਹੈ, ਇਸ ਜਿਹੜਾ ਸਾਰਾ ਸਥਾਨ ਹੈ ਇਹ ਆਪਣੇ ਸਰੀਰ ਦੇ 10ਵੇਂ ਦੁਆਰ ਦਾ ਗਿਆਨ ਹੈ ਕਿ ਸਾਡੇ ਸਰੀਰ ਦੇ ਵਿੱਚ 10ਵਾਂ ਦੁਆਰ ਕਿੱਥੇ ਹੈ। ਕਿਉਂਕਿ ਹਰਿਮੰਦਰ ਕੀ ਹੈ? ਇਹ ਜਿਹੜਾ ਸਾਰਾ ਸੰਸਾਰ ਹੈ ਇਹ ਹਰੀ ਦਾ ਮੰਦਰ ਹੈ। ਹਰਿਮੰਦਰ ਇਹੋ ਜਗਤ ਹੈ। ਗੁਰ ਬਿਨ ਘੋਰ ਅੰਧਾਰ। ਪਰ ਗੁਰ ਤੋਂ ਬਿਨਾ ਅਗਿਆਨਤਾ ਹੈ, ਅੰਧੇਰਾ ਹੈ। ਲੇਕਿਨ ਹਰੀ ਹੈ, ਸਾਰਾ ਜਗਤ ਹੀ ਹਰੀ ਦਾ ਮੰਦਰ ਹੈ। ਤੇ ਫਿਰ ਸਾਡਾ ਜਿਹੜਾ ਸਰੀਰ ਹੈ ਇਹ ਵੀ ਹਰੀ ਦਾ ਮੰਦਰ ਹੈ। ਹਰਿਮੰਦਰ ਇਹੋ ਸਰੀਰ ਹੈ। ਗਿਆਨ ਰਤਨ ਪ੍ਰਗਟ ਹੋਏ। ਜਦੋਂ ਗਿਆਨ ਰਤਨ ਪ੍ਰਗਟ ਹੋ ਜਾਂਦਾ ਹੈ ਸਾਡਾ ਸਰੀਰ ਵੀ ਹਰੀ ਦਾ ਮੰਦਰ ਬਣ ਜਾਂਦਾ ਹੈ। ਪਰ ਕਿਹੜਾ ਸਰੀਰ? ਇਹ 9 ਦਰਾਂ ਦਾ ਸਰੀਰ ਨਹੀਂ, ਜਿਹੜਾ 10ਵਾਂ ਦੁਆਰ ਹੈ। ਜਿਹੜਾ ਇਹ 9 ਦਰਾਂ ਦਾ ਆਪਣਾ ਸਰੀਰ ਹੈ, ਇਸ ਨੂੰ ਗੁਰਬਾਣੀ ਦੇ ਵਿੱਚ ਕੂੜ ਕਾਇਆ ਕਿਹਾ ਹੈ। ਤੇ ਜਿਹੜਾ 10ਵਾਂ ਦੁਆਰ ਹੈ ਉਹ ਕੰਚਨ ਕਾਇਆ ਹੈ। ਕਿਉਂਕਿ ਕੰਚਨ ਕਾਇਆ ਦੇ ਵਿੱਚ ਹਰੀ ਦਾ ਵਾਸਾ ਹੈ। ਜਦ ਜਿੱਥੇ ਹਰੀ ਵਸਦਾ ਹੈ ਉਸ ਨੂੰ ਹਰਿਮੰਦਰ ਕਿਹਾ ਹੈ। ਲੇਕਿਨ ਇਹ 9 ਦਰਾਂ ਦਾ ਸਰੀਰ, ਕਿਉਂਕਿ 9 ਦਰਾਂ ਦਾ ਸਰੀਰ ਕਦੇ ਹਰੀ ਦਾ ਮੰਦਰ ਨਹੀਂ ਹੁੰਦਾ, ਇਹ ਕੂੜ ਕਾਇਆ ਹੈ। ਇਸ ਕਰਕੇ ਸਤਿਗੁਰਾਂ ਨੇ ਸਮਝਾਉਣ ਦੇ ਵਾਸਤੇ ਫਿਰ ਇਹ ਤੀਰਥ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਜਿਹੜਾ ਸਾਡਾ ਸਰੀਰ ਹੈ ਇਹ 10 ਦੁਆਰਾਂ ਦਾ ਹੈ। ਤੇ 10ਵਾਂ ਦੁਆਰ ਕਿੱਥੇ ਹੈ? ਕਿਉਂਕਿ ਸੰਸਾਰ ਵੀ ਹਰੀ ਦਾ ਮੰਦਰ ਹੈ। ਪਰ ਸਾਨੂੰ ਕਦੋਂ? ਜਦੋਂ ਜਨਾ ਦਿੰਦਾ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਬਾਸ। ਵੀ ਇਹ ਸਾਰਾ ਸੰਸਾਰ ਉਸ ਪਰਮੇਸ਼ਰ ਦਾ ਘਰ ਹੈ, ਕੋਠੜੀ ਹੈ, ਆਪ ਵਸਦਾ ਹੈ ਇੱਥੇ। ਪਰ ਜਿਨ੍ਹਾਂ ਨੂੰ ਆਪਣੇ ਸਮਾ ਲੈਂਦਾ ਹੈ, ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਬਿਨਾਸ਼, ਇੱਕ ਨਾ ਪਾਣਾ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਮਨ ਜਿਹੜਾ ਹੈ ਮਾਇਆ ਦੇ ਵਿੱਚ, ਮਾਇਆ ਹੈ ਇਹ 9 ਦਰਾਂ ਦਾ ਸਰੀਰ। ਇੱਕ ਨੂੰ ਇਹ 9 ਦਰਾਂ ਤੇ ਹੀ ਭਟਕਣ ਦਿੰਦਾ ਹੈ, ਤੇ ਇੱਕ ਜਿਹੜੇ ਉਸ ਨੂੰ ਪਾਉਂਦੇ ਨੇ ਇਸ 9 ਦਰਾਂ ਦੀ ਕਾਇਆ ਤੋਂ, ਕੂੜ ਕਾਇਆ ਚੋਂ ਕੱਢ ਕੇ ਆਪਣੇ ਘਰ ਵਿੱਚ ਵਸਾ ਲੈਂਦਾ ਹੈ। ਕਿਸ ਨੇ ਵਸਣਾ ਹੈ 10ਵੇਂ ਦੁਆਰ ਦੇ ਵਿੱਚ? ਮਨ ਨੇ। ਤੇ ਮਨ ਦੇ ਵਿੱਚ ਹਰੀ ਦਾ ਵਾਸਾ ਹੁੰਦਾ ਹੈ। ਤਨ ਮੈਂ ਮਨੂਆ, ਮਨ ਮੈਂ ਸਾਚਾ। ਤਨ ਦੇ ਵਿੱਚ ਮਨ ਹੈ, ਮਨ ਦੇ ਵਿੱਚ ਸੱਚ ਨੇ ਵਸਣਾ ਹੈ। ਸੋ ਸਾਚਾ ਮਿਲ ਸਾਚੇ ਰਾਚਾ। ਜਿਹੜਾ ਉਸ ਸੱਚ ਨੂੰ ਮਿਲ ਕੇ ਇੱਕ ਮਿਕ ਹੋ ਗਿਆ ਉਹ ਸੱਚਾ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰਾਂ ਨੇ ਫਿਰ ਸਾਨੂੰ ਸਮਝਾਉਣ ਦੇ ਵਾਸਤੇ ਇਹ ਸਾਰਾ ਤਿਆਰ ਕਰਵਾਇਆ ਹੈ। ਇਸ ਦੇ ਵਿੱਚ ਇਹ ਜਿਹੜਾ ਹਰਿਮੰਦਰ ਸਾਹਿਬ ਹੈ, ਇੱਥੇ ਇਹ ਆਪਣਾ ਸਾਰਿਆਂ ਦਾ ਮਨ ਵਸਦਾ ਹੈ ਇੱਥੇ ਇਸ ਸਥਾਨ ਦੇ ਉੱਤੇ। ਲੇਕਿਨ ਜਦ ਤੱਕ ਮਨ ਸਾਡਾ ਅਸਥੂਲ ਹੈ ਸਾਨੂੰ ਇਹ ਗਿਆਨ ਨਹੀਂ ਪ੍ਰਾਪਤ ਹੁੰਦਾ। ਮਨ ਸਾਰਿਆਂ ਦਾ ਇੱਥੇ ਹੈ। ਇਹ ਆਪਣੇ ਸਰੀਰ ਦੇ ਵਿੱਚ ਪੁਆਇੰਟ ਨੇ। ਇਹ ਜਿਹੜਾ ਪੁਆਇੰਟ ਹੈ ਆਪਣੇ ਸਰੀਰ ਦੇ ਵਿੱਚ ਕੀ ਹੈ? ਸਾਡੇ ਨੇਤਰ ਨੇ। ਇਹ ਸਾਡੇ 2 ਨੇਤਰ ਨੇ।
ਇੱਥੇ ਸਾਰਿਆਂ ਦਾ ਮਨ ਵਸਦਾ ਹੈ ਨੇਤਰਾਂ ਦੇ ਵਿੱਚ, ਜੋਤ ਹੈ। ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਧਰੀ। ਪਰ ਇੱਥੇ ਹਰਿਮੰਦਰ ਦੇ ਵਿੱਚ ਸਾਡਾ ਮਨ ਜਿਹੜਾ ਹੈ ਲੋਹਟ ਹੋ ਗਿਆ ਹੈ, ਲੋਹੇ ਦਾ ਹੈ। ਤੇ ਇਹ ਹਰਿਮੰਦਰ ਜਿਹੜਾ ਹੈ ਇਹ ਕੰਚਨ ਦਾ ਹੈ। ਇਸ ਕਰਕੇ ਸਤਿਗੁਰ ਸਮਝਾਉਂਦੇ ਹਨ, ਕਹਿੰਦੇ ਹਰਿਮੰਦਰ ਮੈਂ ਮਨ ਲੋਹਟ ਹੈ। ਕਿਉਂ ਬਣਿਆ ਲੋਹਟ? ਮੋਇਆ ਦੂਜੇ ਪਾਏ, ਕਿਉਂਕਿ ਇਸ ਨੇ ਦੂਜੇ ਨੂੰ ਪਾ ਲਿਆ, ਮੋਹ ਦੇ ਵਿੱਚ ਫਸ ਗਿਆ। ਇਸ ਕਰਕੇ ਮਨ ਸਾਡਾ ਲੋਹਟ ਹੋ ਗਿਆ। ਤੇ ਇਹ ਮਨ ਜਦੋਂ ਫਿਰ ਇੱਥੋਂ ਗਿਆਨ ਲੈ ਕੇ ਇੱਥੇ ਚਲੇ ਜਾਂਦਾ ਹੈ, ਇਹ ਸਤਿਗੁਰ ਦਾ ਸਥਾਨ ਹੈ ਸਾਡੇ ਅੰਦਰ। ਸਤਿਗੁਰ ਇੱਥੇ ਵਸਦਾ ਹੈ, ਸਾਰਿਆਂ ਦੇ ਅੰਦਰ ਹੈ। ਸਤਿਗੁਰ ਜਿਹੜਾ ਹੈ ਅਬਿਨਾਸੀ ਪੁਰਖ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਹਾ ਸਮਾਏ। ਉਹ ਅਬਿਨਾਸੀ ਪੁਰਖ ਹੈ, ਸਾਰਿਆਂ 'ਚ ਵਸਦਾ ਹੈ। ਇਹ ਤਖਤ ਸਤਿਗੁਰ ਦਾ ਤਖਤ ਹੈ। ਇਸ ਤਖਤ ਦੇ ਉੱਤੇ ਪ੍ਰਭੂ ਦਾ ਵਾਸਾ ਹੈ। ਜਦੋਂ ਮਨ ਸਾਡਾ ਗਿਆਨ ਲੈ ਕੇ ਇੱਥੇ ਸਤਿਗੁਰ ਦੇ ਨਾਲ ਛੂ ਜਾਂਦਾ ਹੈ, ਇਹਨੂੰ ਭੇਟਦਾ ਹੈ, ਫਿਰ ਸਾਡਾ ਮਨ ਕੀ ਬਣ ਜਾਂਦਾ ਹੈ? ਕੰਚਨ ਦਾ। ਮੈਂ ਕਹਿੰਦੇ ਪਾਰਸ ਭੇਟਿਆ ਕੰਚਨ ਪਿਆ, ਕੀਮਤ ਕਹੀ ਨਾ ਚਾਹੇ। ਇਹ ਮਨ ਜਿਹੜਾ ਇੱਥੇ ਸਥੂਲ ਹੈ, ਜਦੋਂ ਛੂ ਜਾਂਦਾ ਹੈ ਸਤਿਗੁਰ ਦੇ ਨਾਲ, ਸਤਿਗੁਰ ਨੂੰ ਗੁਰਬਾਣੀ ਦੇ ਵਿੱਚ ਪਾਰਸ ਕਿਹਾ ਹੈ। ਤੇ ਜਦੋਂ ਮਨ ਲੋਹਟ ਉਸ ਸਤਿਗੁਰ ਦੇ ਨਾਲ ਛੂੰਹਦਾ ਹੈ ਤੇ ਕੰਚਨ ਹੋ ਜਾਂਦਾ ਹੈ, ਜਿਸ ਦੀ ਕੋਈ ਕੀਮਤ ਨਹੀਂ ਹੈ, ਜੋ ਅਮੁੱਲ ਹੋ ਜਾਂਦਾ ਹੈ। ਕਿਉਂਕਿ ਪਰਮੇਸ਼ਰ ਅਮੁੱਲ ਹੈ, ਨਾਮ ਅਮੁੱਲ ਹੈ। ਤੇ ਏਦਾਂ ਉਸ ਪਰਮੇਸ਼ਰ ਨੂੰ ਮਿਲ ਕੇ ਸਾਡਾ ਮਨ ਵੀ ਅਮੁੱਲ ਹੋ ਜਾਂਦਾ ਹੈ। ਤੇ ਫਿਰ ਇੱਥੇ ਮਨ ਸਾਡਾ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਹੁਣ ਜਿਹੜਾ ਇਹ ਹਰਿਮੰਦਰ ਹੈ, ਇਸ ਦੇ ਦੁਆਲੇ ਅੰਮ੍ਰਿਤ ਸਰੋਵਰ ਹੈ। ਥੋੜਾ ਨੇੜੇ ਕਰੂੰਗੇ। ਇਹ ਜਿਹੜਾ ਸਰੋਵਰ ਹੈ ਅੰਮ੍ਰਿਤ ਸਰੋਵਰ, ਇਹ ਕਿਹਨਾਂ ਦੇ ਵਾਸਤੇ ਹੈ? ਜਦੋਂ ਗਿਆਨ ਹੋ ਜਾਂਦਾ ਹੈ। ਤੇ ਜਿੰਨੀ ਦੇਰ ਸਾਨੂੰ ਗਿਆਨ ਨਹੀਂ ਹੈ, ਉਨੀ ਸਮਾਂ ਇਹ ਭਵਸਾਗਰ ਹੈ। ਕਿਉਂਕਿ ਇਹ ਸੰਸਾਰ ਜਿਹੜਾ ਹੈ, ਜਦ ਤੱਕ ਸਾਨੂੰ ਗਿਆਨ ਨਹੀਂ ਹੈ, ਇਹ ਸਾਨੂੰ ਵਿਖ ਨਜ਼ਰ ਆਉਂਦਾ ਹੈ। ਇੱਥੇ ਹੀ ਵੈਰ ਵਿਰੋਧ ਹੈ, ਨਫ਼ਰਤ ਹੈ। ਜਦੋਂ ਫਿਰ ਗਿਆਨ ਪ੍ਰਗਟ ਹੋ ਜਾਂਦਾ ਹੈ, ਉਦੋਂ ਇਹ ਸੰਸਾਰ ਹਰੀ ਦਾ ਰੂਪ ਬਣ ਜਾਂਦਾ ਹੈ, ਜਿਸ ਨੂੰ ਆਪਾਂ ਆਨੰਦ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ। ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਇਹ ਹਰੀ ਦਾ ਰੂਪ ਹੈ। ਪਰ ਹਰੀ ਦਾ ਰੂਪ ਕਦੋਂ ਨਜ਼ਰ ਆਉਂਦਾ ਹੈ? ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ, ਜਾ ਵੇਖਾਂ ਹਰ ਇੱਕ ਹੈ। ਗੁਰ ਦੇ ਗਿਆਨ ਦੁਆਰ, ਗੁਰ ਦੀ ਕਿਰਪਾ ਨਾਲ ਜਦੋਂ ਅਸੀਂ ਬੁੱਝ ਲੈਂਦੇ ਹਾਂ ਉਸ ਨੂੰ, ਕਿਉਂਕਿ ਬੁੱਝਣ ਦੇ ਵਿੱਚ ਹੈ, ਫਿਰ ਦੇਖਦੇ ਹਾਂ ਕਿ ਉਹ ਸਾਰਾ ਇੱਕ ਹੀ ਪਰਮੇਸ਼ਰ ਹੈ। ਜਾ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਤਿਗੁਰ ਮਿਲਦੇ ਨਾਲ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ। ਫਿਰ ਇਹ ਸੰਸਾਰ ਹਰੀ ਦਾ ਰੂਪ ਨਜ਼ਰ ਆਉਂਦਾ ਹੈ। ਫਿਰ ਇਹ ਸਾਡੇ ਵਾਸਤੇ ਅੰਮ੍ਰਿਤ ਸਰੋਵਰ ਬਣ ਜਾਂਦਾ ਹੈ। ਹੁਣ ਇਹ ਜਿਹੜਾ ਸਾਰਾ ਹੀ ਗਿਆਨ ਹੈ ਇੱਥੇ ਦਾ, ਇੱਥੋਂ ਆਪਣਾ 10ਵਾਂ ਦਵਾਰ ਸ਼ੁਰੂ ਹੁੰਦਾ ਹੈ। ਇਹ ਤ੍ਰੈ ਗੁਣ ਜਿਹੜੀ ਮਾਇਆ ਹੈ, ਇਹ ਤਿੰਨ ਹੱਟਾਂ ਨੇ, ਇੱਧਰ ਤੇ ਇਸ ਪਾਸੇ ਤਿੰਨ ਹੱਟਾਂ ਨੇ, ਜਿੱਥੇ ਆਪਾਂ ਸਾਰਾ ਸੰਸਾਰ ਹੀ ਵਣਜ ਕਰਦਾ ਹੈ। ਮਹਾਰਾਜ ਸਮਝਾਉਂਦੇ ਨੇ, ਤਿਹੱਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ।
ਆਪਾਂ ਸਾਰੇ ਸੰਸਾਰ ਕਿੱਥੇ ਹੱਟਾਂ, ਕਿਹੜੀਆਂ ਹੱਟਾਂ ਤੇ ਵਣਜ ਕਰਦਾ ਹੈ? ਇੱਧਰ ਹੱਟ ਹੈ, ਇੱਧਰ ਹੈ ਤੇ ਇੱਧਰ। ਇੱਧਰ ਰਜੋ ਹੱਟ ਹੈ, ਤਮੋ ਹੱਟ ਹੈ, ਸਤੋ ਹੱਟ ਹੈ। ਇੱਧਰ ਵੈਰ ਵਿਰੋਧ ਨਫ਼ਰਤ ਦੇ ਵਿੱਚ ਜੀਵ ਜੀਵਦਾ ਹੈ, ਮਾੜੇ ਵਿਚਾਰ ਨੇ। ਇੱਧਰ ਨਿੰਦਾ ਹੈ, ਚੁਗਲੀ ਹੈ, ਵੈਰ ਵਿਰੋਧ ਨਫ਼ਰਤ, ਠੱਗੀ, ਚੋਰੀ ਜਾਰੀ, ਇਸ ਪਾਸੇ ਦਾ ਹੈ। ਇਸ ਪਾਸੇ ਹੈ ਚਿੰਤਾਵਾਂ, ਆਸ਼ਾਵਾਂ, ਤ੍ਰਿਸ਼ਨਾਵਾਂ ਨੇ। ਇਹ ਰਜੋ ਗੁਣ ਹੈ, ਇੱਧਰ ਤਮੋ ਗੁਣ ਹੈ। ਜਦੋਂ ਆਪਾਂ ਵੈਰ ਵਿਰੋਧ ਨਫ਼ਰਤ ਦੇ ਵਿੱਚ ਆਪਣੇ ਸਵਾਸਾਂ ਨੂੰ, ਆਪਣੇ ਜੀਵਨ ਨੂੰ ਬਿਤਾਉਂਦੇ ਹਾਂ, ਕਿਉਂਕਿ ਜਿੱਥੇ ਸਵਾਸ ਖਰਚ ਹੁੰਦੇ ਨੇ ਉਹ ਸਾਨੂੰ ਸੌਦਾ ਮਿਲਦਾ ਹੈ। ਅਸੀਂ ਵਣਜ ਕਿਸ ਦਾ ਕਰਨਾ ਹੁੰਦਾ ਹੈ? ਸਵਾਸਾਂ ਦਾ। ਜਿੱਥੇ ਸਵਾਸ ਖਰਚ ਦਿੱਤੇ ਉਹ ਸੌਦਾ ਸਾਡਾ ਜਮ੍ਹਾਂ ਹੋ ਗਿਆ। ਜੇ ਅਸੀਂ ਵੈਰ ਵਿਰੋਧ ਨਫ਼ਰਤ ਨਿੰਦਾ ਚੁਗਲੀ ਦੇ ਵਿੱਚ ਜਿੰਨਾ ਸਮਾਂ ਆਪਾਂ ਬਤੀਤ ਕਰ ਦਿੱਤਾ, ਇਸ ਹੱਟ ਤੇ ਸਾਡੇ ਸਵਾਸ ਜਮ੍ਹਾਂ ਹੋ ਜਾਂਦੇ ਨੇ। ਜੇ ਅਸੀਂ ਆਸ਼ਾਵਾਂ ਤ੍ਰਿਸ਼ਨਾਵਾਂ ਦੇ ਵਿੱਚ ਆਪਣਾ ਜੀਵ ਸਵਾਸ ਖਰਚ ਦਿੱਤੇ, ਕਿੰਨੇ ਸਵਾਸ ਖਰਚੇ, ਉਹ ਇਸ ਹੱਟ ਤੇ ਜਮ੍ਹਾਂ ਹੋ ਜਾਂਦੇ ਨੇ। ਜੇ ਅਸੀਂ ਪੁੰਨ ਦਾਨ ਦੇ ਵਿੱਚ, ਪਾਠ ਪੂਜਾ ਦੇ ਵਿੱਚ ਸਵਾਸ ਖਰਚਦੇ, ਇਸ ਹੱਟ ਤੇ ਜਮ੍ਹਾਂ ਹੋ ਜਾਂਦੇ ਨੇ, ਸਤੋ ਹੱਟ ਤੇ। ਤਿੰਨ ਹੱਟਾਂ ਨੇ ਜਿੱਥੇ ਆਪਾਂ ਵਣਜ ਕਰਦੇ ਹਾਂ। ਤੇ ਜਿਨ੍ਹਾਂ ਦੇ ਕੋਲ ਸੱਚਾ ਧਨ ਹੈ ਉਹ ਕਿੱਥੇ ਵਸਦੇ ਨੇ? ਇੱਥੇ। ਸੱਚ ਵਖਰ ਜਿਨਿ ਲੱਦਿਆ ਸੇ ਸੱਚੜੇ ਪਾਸਾ। ਹੁਣ ਸੱਚ ਤੱਕ ਜਾਣ ਦੇ ਵਾਸਤੇ ਤੇ ਤ੍ਰੈ ਗੁਣਾਂ ਤੋਂ ਨਿਕਲ ਕੇ ਸੱਚ ਤੱਕ ਜਾਣ ਵਾਸਤੇ ਆ ਮਾਰਗ ਹੈ। ਇਸ ਮਾਰਗ ਨੂੰ ਕਿਹਾ ਹੈ ਪ੍ਰੇਮ ਮਾਰਗ। ਆ ਮਾਰਗ ਆਪਾਂ ਭੁੱਲੇ ਹਾਂ। ਪੰਥਾ ਪ੍ਰੇਮ ਨ ਜਾਣਈ, ਭੂਲੀ ਫਿਰੈ ਗਵਾਰ। ਨਾਨਕ ਹਰ ਬਿਸਰਾਇ ਕੈ ਪਾਉਂਦੇ ਨਰਕ ਆਂਦੇ ਹਨ। ਹੁਣ ਇਹ ਰਸਤਾ ਭੁੱਲੇ ਹਾਂ, ਇਸ ਕਰਕੇ ਅਸੀਂ ਇਸ ਘਰ ਵਿੱਚ ਨਹੀਂ ਜਾ ਸਕਦੇ। ਇਹ ਜਿਹੜਾ ਦਰਸ਼ਨੀ ਡਿਊਟੀ ਹੈ, ਇਹ ਆਪਣੇ ਸਰੀਰ ਦੇ ਵਿੱਚ ਜਿਹੜਾ ਪੁਆਇੰਟ ਹੈ, ਇਹ ਉਹ ਦਰ ਹੈ ਜਿੱਥੋਂ ਪਰਮੇਸ਼ਰ ਸਾਨੂੰ ਸਾਰਿਆਂ ਨੂੰ ਪਾਲਦਾ ਹੈ। ਜਿਸ ਨੂੰ ਆਪਾਂ ਪੜ੍ਹਦੇ ਹਾਂ, ਸੋ ਦਰ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸੰਭਾਲੇ। ਇੱਥੇ ਬੈਠਾ ਪਰਮੇਸ਼ਰ ਸਾਨੂੰ ਸਵਾਸ ਦੇ ਕੇ ਪਾਲਦਾ ਹੈ। ਇਸ ਆਪਣੇ ਸਰੀਰ ਦਾ ਇਹ ਪੁਆਇੰਟ ਹੈ ਜਿੱਥੋਂ ਸਵਾਸ ਆਉਂਦਾ ਹੈ। ਇਹ ਜਿੱਥੇ ਸਾਡੇ ਨੇਤਰ ਨੇ, ਇਹ ਪੁਆਇੰਟ ਹੈ। ਇਹ ਪੁਆਇੰਟ ਹੈ ਜਿੱਥੋਂ ਸਵਾਸ ਆਉਂਦਾ ਹੈ। ਰਸਤਾ ਅਸੀਂ ਭੁੱਲੇ ਹਾਂ। ਇਸ ਕਰਕੇ ਜਿਹੜਾ ਇੱਥੇ ਸਤਿਗੁਰ ਦਾ ਵਾਸਾ, ਅਕਾਲ ਤਖਤ ਹੈ, ਪਰਮੇਸ਼ਰ ਦਾ ਵਾਸਾ ਹੈ। ਪਰ ਪਰਮੇਸ਼ਰ ਤੱਕ ਜਾਣ ਦੇ ਵਾਸਤੇ ਸਤਿਗੁਰ ਕੋਲ ਜਾਣਾ ਪੈਂਦਾ ਹੈ, ਸਤਿਗੁਰ ਦਾ ਗਿਆਨ ਲੈਣਾ ਪੈਂਦਾ ਹੈ। ਇਹ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਸਾਨੂੰ। ਤੇ ਇਹ ਜਿਹੜਾ ਇਲਾਕਾ ਹੈ, ਇਸ ਪਾਸੇ ਆਹ ਇਲਾਕਾ ਹੈ ਜਿਹੜਾ ਕਿ ਅੱਜ ਆਪਾਂ ਨੂੰ ਹਰਿਮੰਦਰ ਸਾਹਿਬ ਜਾਵਾਂਗੇ, ਇੱਥੇ ਦਾ ਕੁਛ ਵੀ ਨਹੀਂ ਪ੍ਰਾਪਤ ਹੋਏਗਾ, ਕਿਉਂਕਿ ਇਹ ਢਾਹ ਦਿੱਤਾ ਗਿਆ ਹੈ। ਆਹ ਇਲਾਕਾ ਜਿਹੜਾ ਹੈ ਇਹ ਧਰਮ ਰਾਜ ਦਾ ਇਲਾਕਾ ਹੈ। ਇਹ ਪਾਸਾ ਇੱਥੇ ਧਰਮ ਰਾਜ ਸਾਡੀਆਂ ਚੰਗਿਆਈਆਂ ਬੁਰਾਈਆਂ ਨੂੰ ਬਚਦਾ ਹੈ। ਇੱਥੇ ਗਠੜੀ ਘਰ ਸੀ ਪਿੱਛੇ, ਜਿਹੜਾ ਸਿੱਖ ਲੇਖਾ ਜੋਖਾ ਦਫ਼ਤਰ ਵੀ ਹੋਇਆ ਕਰਦਾ ਸੀ। ਇੱਥੇ ਸਾਡੀਆਂ ਪਾਪਾਂ ਦੀਆਂ ਪੰਡਾਂ ਖੁੱਲਦੀਆਂ ਸੀ। ਜੋ ਵੀ ਆਪਾਂ ਕਰਕੇ ਜਾਂਦੇ, ਜੋ ਵੀ ਮਾੜੇ ਕਰਮ ਕਰਦੇ, ਚੰਗੇ ਮਾੜੇ ਕਰਮ ਦੋਨਾਂ ਨੂੰ ਇੱਥੇ ਵਾਚਿਆ ਜਾਂਦਾ ਸੀ। ਜੋ ਆਪਾਂ ਪੜ੍ਹਦੇ ਵੀ ਹਾਂ ਕਿ ਧਰਮ ਰਾਜ ਕਿੱਥੇ ਵਸਦਾ ਸਾਡੇ ਸਰੀਰ ਦੇ ਵਿੱਚ। ਜਿਹਨੂੰ ਆਪਾਂ ਪੜ੍ਹਦੇ ਹਾਂ, ਚੰਗਿਆਈਆਂ ਬੁਰਾਈਆਂ ਬਾਚੈ ਧਰਮ ਹਦੂਰ। ਧਰਮ ਰਾਜ ਕਿਤੇ ਦੂਰ ਨਹੀਂ ਹੈ, ਇਸ ਪਾਸੇ ਸੂਰਜ ਦੇ ਘਰ ਦੇ ਵਿੱਚ, ਇਸ ਪਾਸੇ ਧਰਮ ਰਾਜ ਦਾ ਵਾਸਾ ਹੈ। ਇਸ ਪਾਸੇ ਹਾਂ ਸੱਜਾ ਪਾਸਾ, ਇਸ ਪਾਸੇ ਧਰਮ ਰਾਜ ਸਾਡੀਆਂ ਚੰਗਿਆਈਆਂ ਬੁਰਾਈਆਂ ਨੂੰ ਬਚਦਾ ਹੈ। ਇਹ ਦੋ ਆਪਾਂ ਨਿਸ਼ਾਨ ਸਾਹਿਬ ਖੜੇ ਦੇਖਦੇ ਹਾਂ। ਇਹ ਪਹਿਰਾ ਹੈ ਇਸ ਦਰ ਤੇ, ਕਿਉਂਕਿ ਇਸ ਦਰ ਨੂੰ ਅਸੀਂ ਨਹੀਂ ਜਾ ਸਕਦੇ।
ਇਸ ਦਰ ਨੂੰ ਆਪਾਂ ਜਾਣਾ ਚਾਹਾਂਗੇ ਕਿ ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ ਚਲੇ ਜਾਈਏ, ਨਹੀਂ ਜਾ ਸਕਦੇ ਕਿਉਂਕਿ ਪਹਿਰਾ ਲੱਗਿਆ ਹੈ। ਜੇ ਆਪਾਂ ਅਕਾਲ ਤਖਤ ਸਾਹਿਬ ਜਾਣਾ ਹੈ ਜਿੱਥੇ ਸਾਡੇ ਅੰਦਰ ਪਰਮੇਸ਼ਰ ਦਾ ਵਾਸਾ, ਸਤਿਗੁਰ ਦਾ ਵਾਸਾ ਹੈ, ਫਿਰ ਇਸ ਰਸਤੇ ਨੂੰ ਜਾ ਸਕਦੇ ਹਾਂ ਕਿਉਂਕਿ ਇੱਥੇ ਕੋਈ ਪਹਿਰਾ ਨਹੀਂ, ਇੱਥੇ ਨਹੀਂ ਜਾ ਸਕਦੇ। ਇਸ ਕਰਕੇ ਆਪਾਂ ਪਹਿਲਾਂ ਕਿੱਥੇ ਜਾਂਦੇ ਹਾਂ? ਜਦੋਂ ਅਕਾਲ ਤਖਤ ਸਾਹਿਬ ਜਾਣ ਤੋਂ ਪਹਿਲਾਂ ਅਸੀਂ ਕਿੱਥੇ ਜਾਂਦੇ ਹਾਂ? ਹਰਿਮੰਦਰ ਸਾਹਿਬ। ਹਰਿਮੰਦਰ ਸਾਹਿਬ ਜਾਣ ਤੋਂ ਬਾਅਦ ਫਿਰ ਅਸੀਂ ਅਕਾਲ ਤਖਤ ਸਾਹਿਬ ਜਾਂਦੇ ਹਾਂ ਕਿਉਂਕਿ ਇੱਥੇ ਪੌੜੀ ਲੱਗੀ ਹੈ। ਹਰਿਮੰਦਰ ਸਾਹਿਬ ਨੂੰ ਪਿੱਛੇ ਪੌੜੀ ਹੈ ਜਿਸ ਨੂੰ ਹਰ ਕੀ ਪੌੜੀ ਕਿਹਾ ਹੈ, ਜਿੱਥੇ ਆਪਾਂ ਚੂੜਾ ਲੈਂਦੇ ਹਾਂ, ਅੰਮ੍ਰਿਤ ਦਾ ਚੂੜਾ ਲੈਂਦੇ ਹਾਂ। ਇਹ ਹਰ ਕੀ ਪੌੜੀ ਹੈ। ਇੱਥੇ ਚੂੜਾ ਲੈਣਾ ਸੀ ਗਿਆਨ ਦਾ, ਉਹ ਗਿਆਨ ਦੀ ਚੁੱਲੀ ਭਰਨੀ ਸੀ। ਨਾਨਕ ਚੁੱਲੀਆਂ ਸੱਚੀਆਂ ਜੇ ਭਰ ਜਾਣਾ ਕੋਈ, ਪਰ ਉਹ ਭਰਨੀ ਕੋਈ ਜਾਣਦਾ ਹੋਵੇ। ਗਿਆਨ ਦੀ ਸੱਚੀ ਚੁੱਲੀ ਲੈਣੀ ਸੀ ਤੇ ਉਸ ਗਿਆਨ ਨੂੰ ਲੈ ਕੇ ਚੱਲਣਾ ਸੀ। ਇਸ ਰਸਤੇ ਨੂੰ ਜਾਵਾਂਗੇ। ਇੱਕ ਰਸਤਾ ਜਾਂਦਾ, ਇੱਥੋਂ ਨੂੰ ਆਪਾਂ ਉਤਰਦੇ ਹਾਂ। ਹੁਣ ਤਾਂ ਇਸ ਪਾਸੇ ਵੀ ਪਿੱਛੇ ਕਾਫੀ ਬਿਲਡਿੰਗਾਂ ਬਣ ਚੁੱਕੀਆਂ ਨੇ, ਜੋੜਾ ਘਰ ਵੀ ਬਣਿਆ ਹੈ। ਇਸ ਰਸਤੇ ਨੂੰ ਜਾਵਾਂਗੇ, ਉਤਰਾਂਗੇ ਪੌੜੀਆਂ, ਲੇਕਿਨ ਅੱਗੇ ਪਹਿਰਾ ਸਾਨੂੰ ਸਮਝਾਇਆ ਹੈ ਇੱਥੇ ਕਿ ਜੇ ਤੁਸੀਂ ਜਾਣਾ ਹੈ ਪਹਿਲਾਂ ਹਰਿਮੰਦਰ ਸਾਹਿਬ ਜਾਓ, ਇੱਥੇ ਕੋਈ ਰੁਕਾਵਟ ਨਹੀਂ ਆਉਣ ਜਾਣ ਦਿਓ। ਇੱਧਰ ਨੂੰ ਜਾਓਗੇ ਸਾਤੋਂ ਅੱਗੇ ਲੇਖਾ ਲੈਣਗੇ। ਜੇ ਆਵਟੇ ਬਹੁਤ ਕਨ ਸਾਥ, ਪਾਰ ਬ੍ਰਹਮ ਕੇ ਸੰਗੀ ਸਾਧ, चित्र गुप्त सब पूछत लेखा, ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ। ਕਹਿੰਦੇ ਇੱਥੇ ਜਿਹੜੇ ਆਉਂਦੇ ਨੇ ਸਾਰੇ ਆਉਂਦੇ ਨੇ, ਦੋ ਤਰ੍ਹਾਂ ਦੇ ਜੀਵ ਆਉਂਦੇ ਨੇ। ਇਹ ਕੀ ਹੈ? ਇਹ ਵੀ ਉਹੀ ਪੁਆਇੰਟ ਹੈ, ਲੇਕਿਨ ਆਪਣੀ ਮਤ ਨਾਲ ਜਾਂਦੇ ਹਾਂ। ਇੱਥੇ ਗਿਆਨ ਦੀ ਮਤ ਲੈ ਕੇ ਚੱਲਦੇ ਹਾਂ। ਇੱਥੇ ਜਾਵਾਂਗੇ, ਮਤਲਬ ਕਹਿੰਦੇ ਇਸੇ ਰਸਤੇ ਨੂੰ ਸਾਰੇ ਚੱਲਦੇ, ਲੇਕਿਨ ਜਿਹੜੇ ਸੰਗੀ ਸਾਧੂ ਜਨਾਂ ਦੇ ਸੰਗੀ ਨੇ ਉਹਨਾਂ ਤੋਂ ਇਹ ਕੁਛ ਨਹੀਂ ਪੁੱਛਦੇ ਤੇ ਦੂਜਿਆਂ ਤੋਂ ਲੇਖਾ ਪੁੱਛਦੇ ਨੇ। ਦੂਜਿਆਂ ਨੂੰ ਪੁੱਛਿਆ ਜਾਂਦਾ ਹੈ। ਕਹੋ ਨਾਨਕ ਜੀ ਸਤਿਗੁਰ ਪੂਰਾ, ਬਾਜੇ ਤਾਕੇ ਅਨਹਦ ਤੂਰਾ। ਜਿਨ੍ਹਾਂ ਦੇ ਕੋਲ ਸਤਿਗੁਰ ਹੈ, ਸੱਚਾ ਗਿਆਨ ਹੈ ਪੂਰਾ, ਉਹ ਫਿਰ ਇਸ ਰਸਤੇ ਤੇ ਚੱਲਦੇ ਨੇ। ਇਸ ਨੂੰ ਤੂਰ ਵੀ ਕਿਹਾ ਹੈ। ਇਹ ਤਾਂ ਧਿਆਨ ਚੜ੍ਹਨ ਨੂੰ, ਜਿਹੜਾ ਗਿਆਨ ਦਾ ਇਹ ਧਿਆਨ ਚੜ੍ਹਨਾ ਹੈ ਆਪਾਂ, ਇੱਥੋਂ ਅਨਹਦ ਸ਼ੁਰੂ ਹੋ ਜਾਂਦਾ ਹੈ। ਇੱਥੇ 9 ਦਰਾਂ ਦਾ ਸਰੀਰ ਹੈ, ਇਹ ਮਿਥਿਆ ਹੈ ਸਾਰਾ, ਲੇਕਿਨ ਇਹ ਅਨਹਦ ਹੈ। ਮਿਥਿਆ ਕਿੱਥੇ ਤੱਕ ਹੈ? ਮੈਨੂੰ ਸਮਝਾਉਂਦੇ ਨੇ, ਮਿਥਿਆ ਤਨ ਤਨ ਕਟੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਅਭਿਮਾਨ। ਸਾਰਾ ਕੁਛ ਮਿਥਿਆ ਹੈ। ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਬਿਨ ਬੁਝੈ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲੈ। ਪਰਮੇਸ਼ਰ ਨੂੰ ਬੁੱਝੇ ਤੋਂ ਬਿਨਾਂ ਸਭ ਕੁਛ ਝੂਠ ਹੈ, ਮਿਥਿਆ ਹੈ। ਜੇ ਨਾਮ ਨੂੰ ਬੁੱਝ ਲਿਆ ਫਿਰ ਦੇਹ ਸਫਲ ਹੋ ਜਾਂਦੀ ਹੈ, ਕਿਉਂਕਿ ਫਿਰ ਸਾਨੂੰ ਆਪਣੇ 10 ਦੁਆਰਾਂ ਦਾ ਗਿਆਨ ਹੋ ਜਾਂਦਾ, 10ਵੇਂ ਦੁਆਰ ਦਾ ਗਿਆਨ ਹੋ ਜਾਂਦਾ ਹੈ। ਹੁਣ ਸਾਨੂੰ ਇੱਥੇ ਸਮਝਾਇਆ ਹੈ ਸਤਿਗੁਰਾਂ ਨੇ, ਜਦੋਂ ਫਿਰ ਆਪਾਂ ਇੱਧਰੋਂ ਜਾਂਦੇ ਹਾਂ, ਫਿਰ ਇੱਥੋਂ ਸਤਿਗੁਰ ਸਾਨੂੰ ਨਾਮ ਤਨ ਦਿੰਦਾ ਹੈ। ਜੇ ਅਸੀਂ ਇੱਧਰੋਂ ਨਹੀਂ ਜਾਂਦੇ, ਇੱਥੋਂ ਇਹ ਆਵਣ ਜਾਵਣ ਹੈ। ਇੱਥੇ ਜਨਮ ਮਰਨ ਦਾ ਗੇੜਾ ਹੈ। ਧਰਮ ਰਾਜ ਕੋਲ ਜਾਂਦੇ ਹਾਂ, ਲੇਖਾ ਲੈਂਦਾ ਹੈ, ਫਿਰ ਸਾਨੂੰ ਸੰਸਾਰ 'ਚ ਭੇਜਦਾ ਹੈ। ਇਸ ਰਸਤੇ ਨੂੰ ਜਾਂਦੇ ਹਾਂ, ਮੋਕਸ਼ ਦਾ ਰਸਤਾ ਹੈ, ਮੁਕਤੀ ਦਾ ਮਾਰਗ ਹੈ। ਹੁਣ ਸਤਿਗੁਰ ਸਮਝਾਉਂਦੇ ਨੇ, ਇਹ ਗਿਆਨ ਜਿਹੜਾ ਹੈ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਕਿਵੇਂ ਆਪਾਂ ਇੱਥੇ ਜਾ ਸਕਦੇ ਹਾਂ। ਉਸ ਪਰਮੇਸ਼ਰ ਦੀ ਆਪਾਂ ਵਿਚਾਰ ਕਰਨੀ ਹੁੰਦੀ ਹੈ ਸਾਰੇ ਮਿਲ ਕੇ।
सतगुरु समझाते ने, आवो भैणे गल मिले अंक सह लड़ियां। कि आओ मिल के आपां, भैणे क्यों कहा है? क्योंकि आपां सारियां नूं कामन कहा है, परमेश्वर नूं पुरख कहा है। एका पुरख सबाई ना। बेशक शरीरां करके अपने दो शरीर ने साडे कोल, पुरख ते नारी दा, लेकिन सुरती साडे सरी है सारियां दी, वो कामन है ते परमेश्वर पुरख है। इस करके सानू पैना क्या है, मिल के करे कहानियां समरथ कंथकियां। कि आप कहानी किसदी करनी है? मिल के समरथ जो परमेश्वर है उसकी कहानी करनी है। साचे साहेब सब गुण, अवगुण सब असा। क्योंकि उस सच्चे साहब दे कोल सारे गुण ही ने ते साडे कोल सारे अवगुण ने। जिन्नी देर आपां गुण नहीं लैंदे भगती नहीं होंदी। क्योंकि साडे कोल ऐसा कोई गुण नहीं है कि असी प्रभु की भगती कर सकीए। ये गुण परमेश्वर के कोल ने। सब गुण तेरे मैं नाही कोए, बिन गुण कीते भगत ना होए। हुण वो गुण परमेश्वर कोल ने, उसनूं आपां मिलण दे वास्ते एक शब्द दी विचार है। करता सब को तेरा जोर, एक शब्द विचारिए जा तू तां क्या होर। भी एक शब्द दी विचार है। जे उसनूं विचार लईए फिर सारे पासे वही है, दूजा नहीं है। बस उसनूं जुड़न दे वास्ते एक ही शब्द है, एक ही अखर का ज्ञान है, जिसनूं आपां पढ़दे हां। मन मंदर तन वेस कलंदर, घट ही तीरथ नावा, एक शब्द मेरे प्राण बसत है, बहुल जन्म ना आवा। एक शब्द ही विचार है। वो शब्द किस तो मिलना है? वो ज्ञान कित्थों मिलना है? एक ही शब्द है। जाए पुछो सुहागणी, तुसी राविया किनी गुणी। कहते सुहागणा नूं पुछो जिन्हां उसनूं पाया है। ते पुछना की है? गुण। कि किहड़े गुणां दे नाल तुसी परमेश्वर नूं राविया है। ते जिहड़ियां सुहागणा ने उन्हां दी पहचान करवाई है। कहते सहज संतोख शिगारियां, मिठा बोलनी। वो भी अगों सहज दे विच वसदियां ने। चौथे पद दा ध्यान है। ते उन्हां दे कोल संतोख है, उन्हां दे कोल निमरता दा शिगार कीता होया है। ते वो मुखों मिठा बचन बोलदियां ने। की कहंदियां ने? फिर रसालू तां मिलै जा गुर का शब्द सुनी। वो दसते ने भी जे तू उस प्यारे नूं मिलना जो रसिया है, रसालू है, तां फिर तू पहला गुर दे शब्द नूं सुन, गुर दा ज्ञान ले। एक ही शब्द है, गुर दी जुगत जो है उसनूं सुन, फिर वो मिलता है। केतियां तेरी कुदरत, तेरियां कुदरती केवड़ तेरी दात। जदों ज्ञान हो जाएगा फिर उस परमेश्वर का भेद आउंदा है कि उसकी किड्डी वड्डी कुदरत है, किड्डियां उसदियां दातां ने। ते सब तो वड्डी दात केड़ी है? वो है नाम दी दात। किड्डी है? जिड्डा वड्डा आप है, जेवड़ आप तेवड़ तेरी दात, जिन दिन करके कीती रात। जिसने सृष्टि नूं पैदा किया, किदे द्वारा सृष्टि पैदा हुई? दिन रात खेल चलिया है नाम द्वारा। क्योंकि परमेश्वर ने अपने तो नाम पैदा किया, नाम द्वारा सृष्टि नूं साज के दिन ते रात का खेल शुरू होया है। इस करके परमेश्वर ते उसका नाम दोनों ही बेअंत हैं। जदों नाम की प्राप्ति हो जाती है, बेअंत की प्राप्ति हो जाती है। कहते तेरे जी जंत सिफत करे दिन रात।
ਉੱਥੋਂ ਹੀ ਫਿਰ ਸਾਨੂੰ ਗਿਆਨ ਹੁੰਦਾ ਹੈ ਕਿ ਪਰਮੇਸ਼ਰ ਦੀ ਸਿਫਤ ਸਲਾਹ ਦਿਨ ਰਾਤ ਕਰਦੇ ਹਨ, ਗਾਉਂਦੇ ਹਨ ਉਸ ਪਰਮੇਸ਼ਰ ਨੂੰ। ਕੌਣ ਗਾਉਂਦਾ ਹੈ? ਸਾਰੇ ਗਾਉਂਦੇ ਨੇ, ਇੱਕ ਨਹੀਂ ਗਾਉਂਦਾ, ਸਾਰੇ ਹੀ। ਧਰਮਰਾਜ ਵੀ ਗਾਉਂਦਾ ਹੈ, ਚਿੱਤਰਗੁਪਤ ਵੀ ਗਾਉਂਦੇ ਨੇ। ਕਿੱਥੇ ਬੈਠ ਕੇ ਗਾਉਂਦੇ ਨੇ? ਪ੍ਰਭੂ ਦੇ ਦਰ ਤੇ। ਉਸ ਦਰ ਤੇ ਜਿਹਨੂੰ ਆਪਾਂ ਪੜ੍ਹਦੇ ਹਾਂ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਬਾਜੇ ਨਾਦ ਅਨੇਕ ਅਸੰਖਾ, ਕੇਤੇ ਬਾਵਨ ਹਾਰੇ। ਕੇਤੇ ਰਾਗ ਪਰੀ ਸਿਉ ਕਹੀਆ ਹੈ, ਕਹੀਅਨ ਕੇਤੇ ਗਾਵਨ ਹਾਰੇ। ਗਾਵੇ ਤੋਹਨੋ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵੇ ਚਿਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸ਼ਰ ਬ੍ਰਹਮਾ ਦੇਵੀ, ਸੋਹਣ ਸਦਾ ਸਵਾਰੇ। ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ, ਦਰ ਨਾਲੇ। ਗਾਵੇ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵੇ ਹੈ ਵੀਰ ਕਰਾਰੇ। ਗਾਵਣ ਪੰਡਤ ਪੜ੍ਹ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵੇ ਮੋਹਨੀਆ ਮਨ ਮੋਹਣ, ਸੁਰਗਾ ਮਛ ਪਿਆਲੇ। ਗਾਵਣ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ। ਗਾਵੇ ਖੰਡ ਮੰਡਲ ਬਰਪੰਡਾ, ਕਰ ਕਰ ਰੱਖੇ ਤਾਰੇ। ਸਾਰੇ ਗਾਉਂਦੇ ਨੇ। ਖੰਡ ਮੰਡਲ, ਚਾਰੇ ਖਾਣੀਆਂ, ਸਾਰੇ ਹੀ ਦੇਵੀ ਦੇਵਤੇ ਪਰਮੇਸ਼ਰ ਨੂੰ ਗਾਉਂਦੇ ਨੇ। ਕਿੱਥੇ ਗਾਉਂਦੇ ਨੇ? ਦਰ ਤੇ। ਲੇਕਿਨ ਇਹ ਗਿਆਨ ਕਦੋਂ ਹੁੰਦਾ? ਜਦੋਂ ਅਸੀਂ ਉਸ ਸ਼ਬਦ ਦੀ ਵਿਚਾਰ ਕਰ ਲੈਂਦੇ ਹਾਂ, ਉਸ ਦਾ ਗਿਆਨ ਲੈ ਲੈਂਦੇ ਹਾਂ, ਫਿਰ ਸਾਨੂੰ ਸੋਝੀ ਆਉਂਦੀ ਹੈ। ਕੇਤੇ ਤੇਰੇ ਜੀ ਜੰਤ, ਸਿਫਤ ਕਰੇ ਦਿਨ ਰਾਤ। ਕੇਤੇ ਤੇਰੇ ਰੂਪ ਰੰਗ, ਕੇਤੇ ਜਾਤ ਅਜਾਤ। ਸਾਰਿਆਂ 'ਚ ਤੂੰ ਵਸਦਾ ਹੈ। ਕਿੰਨੇ ਹੀ ਤੇਰੇ ਰੂਪ ਰੰਗ ਨੇ, ਕਿੰਨੇ ਹੀ ਨੂੰ ਤੇਰਾ ਗਿਆਨ ਹੈ, ਕਿੰਨਿਆਂ ਨੂੰ ਤੇਰਾ ਗਿਆਨ ਨਹੀਂ ਹੈ। ਕਿੰਨਿਆਂ ਨੂੰ ਆਪਣਾ ਰੂਪ ਦਾ ਭੇਤ ਹੈ, ਕਿੰਨਿਆਂ ਨੂੰ ਨਹੀਂ ਹੈ। ਪਰ ਹੈ ਸਾਰਿਆਂ 'ਚ ਹੀ ਵਸਣ ਵਾਲਾ ਪਰਮੇਸ਼ਰ ਹੈ। ਸੱਚ ਮਿਲਿਆ ਸੱਚ ਉਪਜੈ, ਸੱਚ ਮੈਂ ਸੱਚ ਸਮਾਏ। ਮਹਾਰਾਜ ਸਮਝਾਉਂਦੇ ਨੇ ਸੱਚ ਨੂੰ ਕਦੋਂ ਮਿਲਦੇ ਹਾਂ? ਜੇ ਕੋਈ ਸੱਚ ਨੂੰ ਮਿਲਿਆ ਹੋਵੇਗਾ, ਉਸ ਤੋਂ ਗਿਆਨ ਲੈ ਕੇ ਆਪਾਂ ਸੱਚ ਨੂੰ ਮਿਲਦੇ ਹਾਂ। ਸੱਚ ਪ੍ਰਗਟ ਹੋ ਜਾਂਦਾ ਹੈ, ਕਿਉਂਕਿ ਗੁਪਤ ਹੈ, ਪ੍ਰਗਟ ਹੋ ਜਾਂਦਾ ਹੈ। ਸੁਰਤ ਹੋਵੇ ਪਤ ਉਗਵੈ, ਗੁਰ ਬਚਨੀ ਪਾਉ ਖਾਏ। ਪਰ ਹੁਣ ਸੱਚ ਨੂੰ ਮਿਲਦੇ ਵਾਸਤੇ ਪਹਿਲਾਂ ਸੁਰਤ ਨੂੰ ਗਿਆਨ ਲੈਣਾ ਪੈਂਦਾ ਹੈ, ਕਿਉਂਕਿ ਸ਼ਬਦ ਗੁਰੂ ਸੁਰਤ ਤੁਨ ਚੇਲਾ। ਸੁਰਤੀ ਨੂੰ ਗੁਰ ਦੇ ਗਿਆਨ ਦਾ ਜਦੋਂ ਚੌ ਪੈਦਾ ਹੁੰਦਾ ਹੈ, ਫਿਰ ਜਾ ਕੇ ਮਿਲਾਪ ਹੁੰਦਾ ਹੈ। ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ। ਤੇ ਏਦਾਂ ਫਿਰ ਸੱਚੇ ਪਾਤਸ਼ਾਹ ਜਦੋਂ ਸੁਰਤ ਜਿਹੜੀ ਇੱਥੋਂ ਚੱਲਦੀ ਹੈ ਸਾਡੀ ਗੁਰ ਦੇ ਗਿਆਨ ਦੁਆਰਾ, ਕਿੱਥੇ ਜਾਂਦੀ ਹੈ? ਇਸ ਥਾਂ ਤੇ। ਜਦੋਂ ਸਾਨੂੰ ਗੁਰ ਦਾ ਭੈ ਤੇ ਪਿਆਰ, ਦੋ ਚੀਜ਼ਾਂ ਸਾਡੇ ਅੰਦਰ ਉਪਜਦੀਆਂ ਨੇ, ਫਿਰ ਆਪ ਸਾਨੂੰ ਮਿਲਾ ਲੈਂਦਾ ਹੈ। ਹੁਣ ਗੁਰ ਜਿਹੜਾ ਹੈ, ਇਹ ਸਾਨੂੰ ਕਿੱਥੋਂ ਮਿਲਦਾ ਹੈ? ਮਹਾਰਾਜ ਸਮਝਾਉਂਦੇ ਨੇ, ਭਾਈ ਰੇ ਸੰਤ ਜਨਾ ਕੀ ਰੇਨ। ਜਿਹੜੇ ਸੰਤ ਜਨ ਨੇ, ਪਰਮੇਸ਼ਰ ਦੇ ਸੰਤ ਜਨ। ਸੰਤ ਕੀ ਹੈ? ਜਦੋਂ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ। ਪਰਮੇਸ਼ਰ ਪ੍ਰਗਟ ਕਦੋਂ ਹੁੰਦਾ ਹੈ? ਜਦੋਂ ਸਾਡੇ ਅੰਦਰੋਂ ਭਰਮ ਖਤਮ ਹੁੰਦੇ ਨੇ। ਤੇ ਸਾਡੇ ਜਿੰਨੀ ਦੇਰ ਸਾਡੇ ਅੰਦਰ ਭਰਮ ਹੈ, ਸੰਸ਼ੇ ਨੇ, ਤੇ ਪਰਮੇਸ਼ਰ ਪ੍ਰਗਟ ਨਹੀਂ ਹੁੰਦਾ। ਜਿੰਨੀ ਦੇਰ ਸਾਨੂੰ ਵਿਸ਼ਵਾਸ ਨਹੀਂ ਆਉਂਦਾ, ਪ੍ਰਗਟ ਨਹੀਂ ਹੁੰਦਾ। ਤੇ ਜਿਨ੍ਹਾਂ ਦੇ ਅੰਦਰ ਭਰਮ ਖਤਮ ਹੋ ਜਾਂਦਾ ਹੈ, ਉਹਨਾਂ ਨੂੰ ਪਰਮੇਸ਼ਰ ਹਰ ਥਾਂ ਪ੍ਰਗਟ ਹੈ। ਐਸੇ ਜੀਵ ਜਿਨ੍ਹਾਂ ਕੋਲ ਪ੍ਰਗਟ ਹੈ, ਉਹ ਫਿਰ ਪਰਮੇਸ਼ਰ ਨੇ ਉਹਨਾਂ ਨੂੰ ਖਜ਼ਾਨਾ ਬਖਸ਼ਿਸ਼ ਕੀਤਾ ਹੁੰਦਾ ਹੈ। ਸਤਿਗੁਰੂ ਜੀ ਉਹਨਾਂ ਜੀਵਾਂ ਨੂੰ ਸੱਚੇ ਸ਼ਾਹ ਕਹਿੰਦੇ ਨੇ। ਸੱਚਾ ਸ਼ਾਹ, ਦੋ ਤਰ੍ਹਾਂ ਦੇ ਸ਼ਾਹ ਨੇ ਸੰਸਾਰ ਦੇ ਵਿੱਚ। ਇੱਕ ਸ਼ਾਹ ਉਹ ਨੇ ਜਿਨ੍ਹਾਂ ਦੇ ਕੋਲ ਸੰਸਾਰੀ ਧਨ ਦੌਲਤ ਬਹੁਤ ਹੈ। ਇੱਕ ਨਾ ਦੇ ਕੋਲ ਪਰਮੇਸ਼ਰ ਨੇ ਨਾਮ ਦੀ, ਗੁਰ ਦੀ ਵਸਤੂ ਰੱਖੀ ਹੈ। ਗੁਰ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਨਾਮ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਸੋਨਾ ਰੂਪਾ ਸੰਚੀਐ, ਕੱਚ ਧਨ ਕਾਚਾ ਬਿਖਸਾਰ।
ਕਹਿੰਦੇ ਸੋਨਾ ਰੂਪਾ ਚਾਂਦੀ ਸੋਨਾ ਇਕੱਠਾ ਕਰਦੇ ਨੇ, ਸੰਸਾਰੀ ਧਨ ਇਕੱਠਾ ਕਰਦੇ ਨੇ, ਕੱਚਾ ਧਨ ਜਿਹਨੂੰ ਕਿਹਾ ਹੈ। ਸਾਹ ਸਦਾਏ ਸੰਚ ਧਨ ਡੁੱਬਦਾ ਹੋਏ ਖੁਆਰ। ਕਹਿੰਦੇ ਐਸੇ ਜੀਵ ਵੀ ਸਾਹ ਕਹਾਉਂਦੇ ਨੇ ਆਪਣੇ ਆਪ ਨੂੰ, ਪਰ ਦੁਬਦਾ ਦੇ ਵਿੱਚ ਖੁਆਰ ਹੁੰਦੇ ਹਨ। ਸਚਿਆਰੀ ਸੱਚ ਸੰਚਿਓ ਸਾਚੋ ਨਾਮ ਅਮੁੱਲ। ਜਿਹੜੇ ਸਚਿਆਰੇ ਨੇ ਉਹ ਸੱਚੇ ਨਾਮ ਨੂੰ, ਜਿਹੜਾ ਅਮੁੱਲ ਖਜ਼ਾਨਾ, ਉਸ ਨੂੰ ਪ੍ਰਾਪਤ ਕਰਦੇ ਨੇ। ਹਰ ਨਿਰਮੈਲ ਉਜਲੋ ਪਤ ਸਾਚੀ ਸੱਚ ਬੋਲ। ਜਿਨ੍ਹਾਂ ਨੂੰ ਆਪ ਪ੍ਰਭੂ ਸਿਫਤ ਸਲਾਹ ਬਖਸ਼ਿਸ਼ ਕਰਦਾ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਹੁਣ ਸਤਿਗੁਰੂ ਸਮਝਾਉਂਦੇ ਨੇ ਕਿ ਜਿਹੜੇ ਫਿਰ ਉਹ ਸੱਚੇ ਸਾਹ ਨੇ, ਸੰਤ ਜਨ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ। ਪੰਚਮ ਪਾਤਸ਼ਾਹ ਸਮਝਾਉਂਦੇ ਨੇ, ਛੇਈ ਸਾਹ ਭਗਵੰਤ ਸੇ ਸੱਚ ਸੰਪੇ ਹਰ ਰਾਸ। ਕਹਿੰਦੇ ਜਿਹਨਾਂ ਕੋਲ ਸੱਚਾ ਧਨ ਹੈ, ਸੱਚੀ ਸੰਪਤੀ ਹੈ, ਹਰੀ ਦਾ ਧਨ ਹੈ। ਨਾਨਕ ਸੱਚ ਸੁਚ ਪਾਈਐ ਤਿਹ ਸੰਤਨ ਕੈ ਪਾਸ। ਕਹਿੰਦੇ ਉਹਨਾਂ ਦੇ ਕੋਲੋਂ ਫਿਰ ਸੱਚ ਤੇ ਸੁਚ ਪ੍ਰਾਪਤ ਹੁੰਦੀ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ, ਆਸਾ ਦੀ ਵਾਰ ਵਿੱਚ ਪੜ੍ਹਦੇ ਹਾਂ, ਸੁਚ ਹੋਵੇ ਤਾਂ ਸੱਚ ਪਾਈਐ, ਕਿ ਸੁਚ ਹੋਏਗੀ ਫਿਰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਤੇ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਸਾਚ ਬਿਨਾ ਕਹਿ ਹੋਵਤ ਸੂਚਾ। ਵੀ ਸੱਚ ਤੋਂ ਬਿਨਾ ਸੁੱਚਾ ਨਹੀਂ ਹੋ ਸਕਦਾ, ਤੇ ਸੁੱਚ ਤੋਂ ਬਿਨਾ ਸੱਚ ਨਹੀਂ ਮਿਲ ਸਕਦਾ। ਲੇਕਿਨ ਇਹ ਤੇ ਸਤਿਗੁਰੂ ਸਮਝਾਉਂਦੇ ਨੇ ਕਿ ਐਸੇ ਜਿਹੜੇ ਸੰਤ ਨੇ ਉਹਨਾਂ ਦੇ ਕੋਲ ਦੋਨੋਂ ਹੀ ਵਸਤਾਂ ਨੇ, ਸੱਚ ਵੀ ਹੈ ਤੇ ਸੁੱਚ ਵੀ ਹੈ। ਨਾਨਕ ਸੱਚ ਸੁਚ ਪਾਈਐ ਤਿਹ ਸੰਤਨ ਕੈ ਪਾਸ। ਹੁਣ ਕਹਿੰਦੇ ਐਸੇ ਸੰਤ ਕਿਹੋ ਜਿਹੇ ਹੁੰਦੇ ਨੇ? ਸੱਸਾ ਭਰਮ ਨਹੀਂ ਕਿਛ ਵਿਆਪਤ। ਮੈਨੂੰ ਮਹਾਰਾਜ ਸਮਝਾਉਂਦੇ ਨੇ, ਸੱਸਾ ਜਿਨ੍ਹਾਂ ਦੇ ਅੰਦਰ ਭਰਮ ਨਹੀਂ ਹੈ, ਸੱਸਾ ਸਤ 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 ਸੋਊ ਸਤ ਪੁਰਖ ਤੇ ਭਿੰਨ ਨਾ ਕੋ। ਵੀ ਕੋਈ ਵੀ ਉਸ ਪਰਮੇਸ਼ਰ ਤੋਂ ਖਾਲੀ ਨਹੀਂ ਹੈ, ਸਾਰੇ ਦੇ ਅੰਦਰ ਵਸਦਾ ਹੈ, ਉਹੀ ਸੱਚ ਹੈ। ਸੋ ਸਰਨ ਭਰੇ ਜੇ ਪਾਇਆ। ਪਰ ਉਹਦੀ ਸ਼ਰਨ ਚ ਕੌਣ ਜਾਂਦਾ? ਜਿਹਨੂੰ ਆਪ ਆਪਣੀ ਸ਼ਰਨ ਚ ਲੈ ਕੇ ਜਾਂਦਾ ਹੈ। ਸਿਮਰ ਸਿਮਰ ਗੁਣ ਗਾਏ ਸੁਣਾਇਆ। ਕਹਿੰਦੇ ਉਹ ਪ੍ਰਭੂ ਨੂੰ ਸਿਮਰਨ ਕਰਦੇ ਨੇ ਆਪ, ਤੇ ਦੂਜੇ ਜੀਵਾਂ ਨੂੰ ਉਹਦੇ ਗੁਣਾਂ ਦੇ ਬਾਰੇ ਦੱਸਦੇ ਨੇ। ਸੱਸਾ ਭਰਮ ਨਹੀਂ ਕਿਛ ਵਿਆਪਤ, ਪ੍ਰਗਟ ਪ੍ਰਤਾਪ ਤਾਹੋ ਕੋ ਜਾਪਤ। ਕਹਿੰਦੇ ਪ੍ਰਗਟ ਪ੍ਰਤਾਪ ਕਿਹਨੂੰ ਜਾਪਦਾ? ਜਿਹਦੇ ਅੰਦਰ ਭਰਮ ਨਾ ਹੋਵੇ ਕੋਈ। ਜਿਸ ਦੇ ਅੰਦਰ ਭਰਮ ਹੈ ਉਸਨੂੰ ਪ੍ਰਗਟ ਨਹੀਂ ਹੁੰਦਾ। ਸੋ ਸਾਧੂ ਇਹ ਪਹੁੰਚਨ ਹਾਰਾ, ਨਾਨਕ ਤਾਕਾ ਸਦ ਬਲੇ ਹਾਰਾ। ਵੀ ਉਹ ਸਾਧੂ ਹੈ ਜਿਹਦੇ ਅੰਦਰ ਭਰਮ ਖਤਮ ਹੋ ਗਿਆ ਹੈ, ਉਹ ਫਿਰ ਪ੍ਰਭੂ ਦੇ ਗੁਣਾਂ ਨੂੰ ਸੁਣਾਉਂਦਾ ਹੈ ਸਿਮਰ ਸਿਮਰ ਕੇ। ਉਸ ਪਰਮੇਸ਼ਰ ਤੋਂ ਸਦਾ ਹੀ ਬਲਿਹਾਰੇ ਜਾਂਦਾ ਹੈ। ਐਸੇ ਜੀਵ ਨੇ ਜਿਹੜੇ, ਐਸੇ ਜੀਵਾਂ ਨੂੰ ਗੁਰਬਾਣੀ ਚ ਸੰਤ ਸਾਧੂ ਕਿਹਾ ਹੈ। ਐਸੇ ਸੰਤਾਂ ਦੀ ਸੰਗਤ ਦੇ ਵਿੱਚ ਆ ਕੇ ਜਿਨ੍ਹਾਂ ਦਾ ਦੇਖਣ ਹੀ ਕੀ ਹੈ? ਬ੍ਰਹਮ ਹੈ। ਸੁਖਮਨੀ ਸਾਹਿਬ ਚ ਸਮਝਾਉਂਦੇ ਨੇ ਸਤਿਗੁਰੂ ਜੀ, ਸੰਤ ਜਨਾਂ ਕਾ ਪੇਖਣ ਸਭ ਬ੍ਰਹਮ। ਸੰਤ ਜਨਾਂ ਕਾ ਹਿਰਦਾ ਸਭ ਧਰਮ। ਸਾਰੇ ਧਰਮ ਉਹਨਾਂ ਦੇ ਹਿਰਦੇ ਵਿੱਚ ਨੇ। ਸੰਤ ਜਨਾਂ ਸੁਣੋ ਸਭ ਵਚਨ, ਸਰਬ ਵਿਆਪੀ ਰਾਮ ਸੰਗ ਰਚਨ। ਕਹਿੰਦੇ ਉਹਨਾਂ ਦੇ ਬਚਨਾਂ ਨੂੰ ਸੁਣੋਗੇ ਕਿਉਂਕਿ ਉਹ ਸਰਬ ਵਿਆਪੀ ਰਾਮ ਪਰਮੇਸ਼ਰ ਜਿਹੜਾ ਸਰਬ ਦੇ ਸੰਸਾਰੇ ਹਰ ਥਾਂ ਤੇ ਹੈ। ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਮਈਲ ਦੇ ਵਿੱਚ ਵੀ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਹੀਂ ਹੈ। ਐਸੇ ਜਨਾਂ ਦੇ ਵਿੱਚ, ਐਸੇ ਜਨ ਜਿਹੜੇ ਉਸ ਪਰਮੇਸ਼ਰ ਦੇ ਵਿੱਚ ਰਤੇ ਨੇ, ਉਹਨਾਂ ਤੇ ਬਚਨਾਂ ਨੂੰ ਸੁਣਾਂਗੇ। ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀਏ ਰਹਿਤ, ਸਤ ਵਚਨ ਸਾਧੂ ਸਭ ਕਹਿਤ। ਵੀ ਜਿਹਨੇ ਜਾਣ ਲਿਆ ਉਸੇ ਦੀ ਇਹ ਰਹਿਣੀ ਹੈ। ਉਹ ਫਿਰ ਸੱਚ ਵਚਨ ਕਹਿੰਦੇ ਨੇ, ਸੱਚਾ ਗਿਆਨ ਦਿੰਦੇ ਨੇ। ਤੇ ਉਹਨਾਂ ਦੇ ਬਚਨਾਂ ਨੂੰ, ਉਹਨਾਂ ਦੀ ਸੰਗਤ ਚ ਜਾ ਕੇ ਇਹ ਪਦਾਰਥ ਸਾਨੂੰ ਮਿਲਦਾ ਹੈ। ਭਾਈ ਰੇ ਸੰਤ ਜਨਾ ਕੀ ਰੇਨ,
ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਤੇ। ਵੀ ਐਸੇ ਸੰਤ ਸਭਾ ਦੇ ਵਿੱਚ ਜਾ ਕੇ ਸਾਨੂੰ ਉਹ ਜਿਹੜਾ ਮੁਕਤੀ ਦਾ ਪਦਾਰਥ ਹੈ, ਗੁਰ ਦਾ ਗਿਆਨ ਹੈ, ਉਹ ਸਾਨੂੰ ਪ੍ਰਾਪਤ ਹੁੰਦਾ ਹੈ। ਹੁਣ ਉਸ ਦੇ ਵਾਸਤੇ ਕੀ ਹੈ, ਬਾਰੇ ਸਮਝਾਉਂਦੇ ਨੇ, ਤਾਤ ਮਿਲੇ ਫੁਨ ਤਾਤ ਕੋ। ਤਾਤ ਕੀ ਹੈ? ਸਾਡਾ ਸਰੀਰ ਹੈ। ਹੁਣ ਆਪਾਂ ਸਰੀਰ ਕਰਕੇ ਮਿਲੇ, ਪਹਿਲਾਂ ਤਾਂ ਇੱਕ ਸਰੀਰ ਦੂਜੇ ਸਰੀਰ ਦੇ ਕੋਲ ਆਇਆ ਹੈ। ਇਹਦਾ ਮਿਲਣਾ ਕੀ ਹੈ? ਇੱਕ ਸਰੀਰ ਦਾ ਕੇ ਦੂਜੇ ਸਰੀਰ ਨੂੰ ਮਿਲਣਾ ਕੀ ਹੈ? ਤਾਤ ਦਾ ਮਿਲਣਾ। ਕਿਉਂਕਿ ਜਿਹੜਾ ਤ੍ਰੈ ਗੁਣਾਂ ਦਾ ਸਰੀਰ ਹੈ, ਇਸ ਨੂੰ ਗੁਰਬਾਣੀ ਚ ਤਾਤ ਕਿਹਾ ਹੈ। ਤ੍ਰੈ ਗੁਣ ਸਭਾ ਤਾਤ ਹੈ। ਅੱਜ ਦਾ ਬੇਸ਼ੱਕ ਜ਼ਮਾਨਾ ਹੈ, ਅੱਜ ਆਪਾਂ ਸਰੀਰ ਕਰਕੇ ਨਾ ਵੀ ਮਿਲੀਏ ਤਾਂ ਵੀ ਅਸੀਂ ਗਿਆਨ ਲੈ ਸਕਦੇ ਹਾਂ, ਕਿਉਂਕਿ ਸਾਇੰਸ ਦਾ ਯੁੱਗ ਹੈ। ਕਿਤੇ ਬੈਠੇ ਵੀ ਆਪਾਂ ਗਿਆਨ ਲੈ ਸਕਦੇ ਹਾਂ। ਲੇਕਿਨ ਇੱਕ ਸਮਾਂ ਸੀ ਕਿ ਲੋਕ ਚੱਲ ਕੇ ਆਉਂਦੇ ਸੀ ਗਿਆਨ ਲੈਣ ਦੇ ਵਾਸਤੇ। ਤਨ ਦਾ ਵੀ ਆਉਣਾ ਹੁੰਦਾ ਸੀ ਤੇ ਮਨ ਦਾ ਵੀ ਆਉਣਾ ਹੁੰਦਾ ਸੀ। ਉੱਥੇ ਸਰੀਰ ਨੂੰ ਮਿਲਦੇ ਸੀ, ਫਿਰ ਪਰਮੇਸ਼ਰ ਦੀ ਸਿਫਤੀ ਦਾ ਗਿਆਨ ਲੈਂਦੇ ਸੀ। ਸਿਫਤੀ ਸਿਫਤ ਸਮਾਏ, ਫਿਰ ਉਹ ਸਰੀਰਾਂ ਕੋਲ ਮਿਲ ਕੇ ਗੁਰ ਦਾ ਗਿਆਨ ਲੈਂਦੇ ਸੀ, ਪ੍ਰਭੂ ਦੀ ਸਿਫਤੀ ਦਾ। ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ, ਕਹਿੰਦੇ ਫਿਰ ਉਹ ਗਿਆਨ ਦੁਆਰਾ ਮਨ ਨੂੰ ਉਹ ਰੰਗ ਚੜਦਾ ਜਿਹੜਾ ਸੱਚਾ ਰੰਗ ਹੈ, ਲਾਲਾਂ ਦੇ ਵਰਗਾ, ਹੀਰੇ ਵਰਗਾ ਰੰਗ ਹੈ। ਸੱਚ ਮਿਲੇ ਸੰਤੋਖੀਆ ਹਰ ਜਪ ਏਕੈ ਪਾਏ। ਜਿਨ੍ਹਾਂ ਨੂੰ ਸੰਤੋਖ ਹੈ ਉਹਨਾਂ ਨੂੰ ਪ੍ਰਭੂ ਦਾ ਮਿਲਾਪ ਹੁੰਦਾ ਹੈ। ਉਹ ਇੱਕ ਮਨ ਇੱਕ ਭਾਵ ਉਸ ਪ੍ਰਭੂ ਨੂੰ ਸੇਵਦੇ ਨੇ, ਤੇ ਜਿਹੜੇ ਉਹ ਗਿਆਨ ਲੈਂਦੇ ਨੇ ਉਹਨਾਂ ਨੂੰ ਵੀ ਪ੍ਰਭੂ ਦਾ ਮਿਲਾਪ ਹੁੰਦਾ ਹੈ। ਪਰ ਜਿਹੜੇ ਇੱਕ ਮਨ ਹੋ ਕੇ ਦੁਚਿੱਤੀ ਦੇ ਵਿੱਚ ਨਹੀਂ, ਹਰ ਜਪ ਏਕੈ ਪਾਏ। ਕਿੱਥੇ ਜਾ ਕੇ ਗਿਆਨ ਮਿਲਦਾ ਹੈ? ਮੈਂ ਕਹਿੰਦਾ ਉੱਚੋ ਥਾਨ ਸੁਹਾਵਨਾ, ਉੱਪਰ ਮਹਿਲ ਮੁਰਾਦ। ਸਾਡੇ ਅੰਦਰ ਇੱਥੋਂ ਪ੍ਰਵੇਸ਼ ਹੋ ਕੇ ਕਿੱਥੇ ਜਾਣਾ ਹੈ? ਉੱਚੇ ਥਾਂ ਤੇ। ਉੱਚਾ ਥਾਨ ਹੈ, ਇੱਥੇ ਮਾਲਕ ਦਾ ਵਾਸਾ ਹੈ, ਇੱਥੇ ਪ੍ਰਭੂ ਦਾ ਮਹਿਲ ਹੈ। ਪੁੜ ਧਰਤੀ ਹੈ, ਪੁੜ ਪਾਣੀ ਹੈ, ਤੇ ਉਸ ਤੋਂ ਉੱਤੇ ਆਸਣ ਹੈ ਪਰਮੇਸ਼ਰ ਦਾ, ਜਿਹਨੂੰ ਮੈਂ ਸਮਝਾਉਂਦੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਠ ਚੌਬਾਰਾ। ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾ। ਸਾਰਿਆਂ ਦਾ ਇੱਕੋ ਹੀ ਸਰੀਰ ਹੈ, ਸਾਰਿਆਂ ਦੀ ਮੂਰਤੀ ਕੀ ਹੈ, ਲੇਕਿਨ ਇੱਥੋਂ ਇੱਕ ਵਾਰੀ ਗੁਰ ਦਾ ਗਿਆਨ ਲੈਣਾ ਹੈ। ਉਹ ਗਿਆਨ ਜਿੱਥੋਂ ਪ੍ਰਭੂ ਦਿੰਦਾ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਘੜੀਆ ਸ਼ਬਦ ਸੱਚੀ ਟਕਸਾ। ਉਸ ਮੁਖ ਤੋਂ ਗਿਆਨ ਲੈ ਕੇ ਗੁਰਮੁਖ, ਤੇ ਫਿਰ ਆਪਾਂ ਕਿੱਥੇ ਜਾਣਾ ਹੈ? ਉੱਚੇ ਥਾਂ ਤੇ। ਇੱਥੇ ਦਾ ਗਿਆਨ ਵਾਲੇ ਕਹਿੰਦੇ ਸੱਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ। ਇਹ ਸੱਚ ਕਰਨੀ ਦੇ ਨਾਲ ਫਿਰ ਸਾਨੂੰ ਇਹ ਦਰ ਪ੍ਰਾਪਤ ਹੋਣਾ, ਫਿਰ ਇੱਥੋਂ ਘਰ ਮਹਿਲ ਸਾਡਾ ਪ੍ਰਾਪਤ ਹੁੰਦਾ, ਜਿੱਥੇ ਮਾਲਕ ਵਸਦਾ ਹੈ। ਇੱਥੇ ਪਿਆਰ ਪੈਂਦਾ ਹੈ। ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ। ਕਹਿੰਦੇ ਗੁਰਮੁਖ ਨੇ ਜਿਹੜੇ, ਉਹ ਸਾਨੂੰ ਇਹ ਗਿਆਨ ਦਿੰਦੇ ਨੇ, ਮਨ ਦਾ ਗਿਆਨ ਦਿੰਦੇ ਨੇ ਕਿ ਕਿੱਥੇ ਸਾਡੇ ਆਤਮ ਰਾਮ ਹੈ। ਇੱਥੋਂ ਮਨ ਹੈ, ਮਨ ਇੱਥੇ ਜਾ ਕੇ, ਇੱਥੇ ਜਦ ਤੱਕ ਇੱਥੇ ਵਸਦਾ ਹੈ ਮਨ ਸਾਡਾ ਅਸਥੂਲ ਰਹਿੰਦਾ ਹੈ, ਜਦ ਤੱਕ ਸਾਨੂੰ ਗਿਆਨ ਨਹੀਂ ਹੈ, ਗੁਰ ਦਾ ਗਿਆਨ ਨਹੀਂ ਲਿਆ, ਇੱਥੇ ਮਨ ਅਸਥੂਲ ਹੈ। ਤੇ ਜਦੋਂ ਅਸੀਂ ਗਿਆਨ ਲੈ ਕੇ ਚੱਲਦੇ ਹਾਂ, ਇੱਥੋਂ ਮਨ ਕਿੱਥੇ ਜਾਂਦਾ? ਇਸ ਦਰ ਤੇ ਜਾਂਦਾ ਹੈ। ਇੱਥੋਂ ਇੱਥੇ ਤੱਕ ਚੱਲਣ ਦਾ ਜਿਹੜਾ ਗਿਆਨ ਹੈ, ਇਸ ਨੂੰ ਗੁਰਬਾਣੀ ਦੇ ਵਿੱਚ ਬੇੜੀ ਕਿਹਾ ਹੈ। ਬੇੜੀ, ਕਿਉਂਕਿ ਇਸ ਸੰਸਾਰ ਸਾਗਰ ਚੋਂ ਅਸੀਂ ਪਾਰ ਜਾਣਾ ਹੈ। ਉੱਥੇ ਗੁਰ ਬੇੜੀ ਹੈ, ਤੇ ਇਸ ਦਰ ਤੇ ਆ ਕੇ ਇਹ ਦਰ ਖੋਲਣਾ ਹੁੰਦਾ ਹੈ। ਉੱਥੇ ਗੁਰ ਕੁੰਜੀ ਹੈ, ਤੇ ਇੱਥੋਂ ਅੰਦਰ ਪ੍ਰਵੇਸ਼ ਹੋ ਕੇ ਇਹ ਪੌੜੀਆਂ ਚੜ੍ਹਨਾ ਹੁੰਦਾ ਹੈ, ਤੇ ਇੱਥੇ ਗੁਰ ਹੀ ਸਾਨੂੰ ਪੌੜੀ ਹੈ। ਗੁਰ ਬੇੜੀ ਪੌੜੀ ਗੁਰ, ਗੁਰ ਤੋਂ ਲਹਾ ਹਰ ਨਾਉ। ਗੁਰ ਸਰ ਸਾਗਰ ਬੋਹਿ ਥਾ ਗੁਰ ਤੀਰਥ ਦਰਿਆਓ। ਇਸ ਕਰਕੇ ਗੁਰ ਹੀ ਭਗਤੀ ਹੈ। ਇਹ ਦਰ ਖੋਲਣ ਦੇ ਵਾਸਤੇ ਗੁਰ ਕੁੰਜੀ ਹੈ। ਗੁਰ ਕੁੰਜੀ ਪਾਹਨੇ ਵੱਲ
ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਗ ਨਾ ਉਗੜੈ, ਅਵਰ ਨਾ ਕੂੰਜੀ ਹੱਥ। ਇਸ ਕਰਕੇ ਮਨ ਦਾ ਅਸਲੀ ਭੇਦ ਲੈਣ ਦੇ ਵਾਸਤੇ, ਮਨ ਦੇ ਆਪਣੇ ਸਰੂਪ ਨੂੰ ਜਾਣਨ ਦੇ ਵਾਸਤੇ ਗੁਰ ਹੈ। ਉਹ ਸਾਨੂੰ ਸਮਝਾਉਂਦੇ ਨੇ ਕਿ ਇੱਥੇ ਸਾਨੂੰ ਫਿਰ ਗਿਆਨ ਦਿੱਤਾ ਜਾਂਦਾ ਹੈ। ਤ੍ਰਿਵਧ ਕਰਮ ਕਮਾਈਏ, ਆਸ ਅੰਦੇਸਾ ਹੋਏ। ਜਿਨ੍ਹਾਂ ਦੇ ਅੰਦਰ ਅੰਦੇਸਾ ਹੈ, ਸਹਿਸਾ ਹੈ, ਉਹ ਇਹ ਗਿਆਨ ਨਹੀਂ ਦੇਖ ਸਕਦੇ। ਉਹ ਤ੍ਰਿਵਧ ਕਰਮ ਕਰਦੇ ਨੇ, ਤ੍ਰੈ ਗੁਣਾਂ ਦੇ ਕਰਮ ਕਰਦੇ ਨੇ। ਕਿਉਂ ਗੁਰਬਿਨ ਤ੍ਰਿਕੁਟੀ ਛੁੱਟ ਸੀ, ਸਹਿਜ ਮਿਲਿਆ ਸੁਖ ਹੋਏ। ਇਸ ਕਰਕੇ ਉਹਨਾਂ ਕੋਲ ਗੁਰ ਨਹੀਂ। ਕਹਿੰਦੇ ਜਦ ਤੱਕ ਗੁਰ ਨਹੀਂ ਮਿਲਦਾ ਇਹ ਤ੍ਰਿਕੁਟੀ ਨਹੀਂ ਛੁੱਟਦੀ ਸਾਡੀ। ਤੇ ਚੌਥੇ ਪਦ ਵਿੱਚ ਵਾਸਾ ਨਹੀਂ ਹੁੰਦਾ, ਜਿੱਥੇ ਸਹਿਜ ਹੈ ਚੌਥਾ ਪਦ, ਜਿੱਥੇ ਸੁਖ ਪ੍ਰਾਪਤ ਹੋਣਾ ਹੈ। ਨਿਜ ਘਰ ਮਹਿਲ ਪਛਾਣੀਐ, ਨਦਰ ਕਰੇ ਮਲਤ ਹੋਏ। ਕਹਿੰਦੇ ਨਿਜ ਘਰ ਮਹਿਲ ਜਿਹੜਾ ਆਪਣਾ, ਇੱਥੋਂ ਨਿਜ ਘਰ ਦਾ, ਇੱਥੇ ਤੱਕ ਆਪਾਂ ਸੰਸਾਰ ਤ੍ਰਿਕੁਟੀ ਦੇ ਵਿੱਚ ਹਾਂ। ਇੱਥੋਂ ਜਾ ਕੇ ਸਾਡਾ ਨਿਜ ਘਰ ਸ਼ੁਰੂ ਹੋ ਜਾਂਦਾ ਹੈ। ਇਸ ਨਿਜ ਘਰ ਦੇ ਵਿੱਚ ਜਾ ਕੇ ਮਨ ਨਿਰਮਲ ਹੁੰਦਾ ਹੈ। ਇੱਥੇ ਫਿਰ ਦ੍ਰਿਸ਼ਟੀ ਦੁਆਰਾ ਹੀ ਭਗਤੀ ਕੀਤੀ ਜਾਂਦੀ ਹੈ। ਜਿਹੜੀ ਮਨ ਨੂੰ ਮੈਲ ਲੱਗੀ ਹੈ ਧੋਤੀ ਜਾਂਦੀ ਹੈ। ਕਿਵੇਂ? ਧਿਆਨ ਦਿਆ ਕੇ, ਦ੍ਰਿਸ਼ਟੀ ਦੁਆਰਾ, ਨਜ਼ਰ ਦੁਆਰਾ। ਬਿਨ ਗੁਰ ਮੈਲ ਨਾ ਉਤਰੈ, ਬਿਨ ਹਰ ਕਿਉਂ ਕਰ ਬਾਸ। ਮੈਂ ਸਮਝਾਉਂਦੇ, ਕਹਿੰਦੇ ਗੁਰ ਤੋਂ ਬਿਨਾਂ ਨਾ ਤਾਂ ਮਨ ਨਿਰਮਲ ਹੋਣਾ ਹੈ, ਤੇ ਜਦ ਤੱਕ ਮਨ ਨਿਰਮਲ ਨਹੀਂ ਹੁੰਦਾ ਇਸ ਘਰ ਦੇ ਵਿੱਚ ਸਾਡਾ ਬਾਸਾ ਨਹੀਂ ਹੁੰਦਾ। ਇਹ ਘਰ ਜਿਹੜਾ ਹੈ ਇਹ ਨਿਜ ਘਰ ਹੈ। ਇੱਥੇ ਕਿਹੜਾ ਭੋਜਨ ਹੈ, ਇਹਨੂੰ ਮਹਾਰਾਜ ਸਮਝਾਉਂਦੇ ਨੇ ਕਿ ਜਿਹੜਾ ਮਨ ਹੈ ਜਦੋਂ ਵੈਰਾਗੀ ਰਹਿੰਦਾ ਹੈ ਉਸ ਪ੍ਰਭੂ ਦਾ, ਉਹ ਫਿਰ ਉਸ ਪ੍ਰਭੂ ਦੇ ਭੈ ਦੇ ਵਿੱਚ ਰਹਿੰਦਾ ਹੈ। ਤੇ ਇੱਥੇ ਫਿਰ ਗਿਆਨ ਪ੍ਰਾਪਤ ਹੁੰਦਾ ਹੈ। ਮਨ ਵੈਰਾਗੀ ਘਰ ਵਸੈ, ਸੱਚ ਭੈ ਰਾਤਾ ਹੋਏ। ਕਹਿੰਦੇ ਸੱਚ ਦੇ ਭੈ ਵਿੱਚ ਰਹਿ ਕੇ ਉਸ 'ਚ ਰਤਿਆ ਰਹੇ, ਉਹ ਮਨ ਵੈਰਾਗੀ ਸੱਚੇ ਘਰ ਵਿੱਚ ਵਸ ਜਾਂਦਾ ਹੈ। ਗਿਆਨ ਮਹਾਰਸ ਭੋਗਵੈ, ਬਹੁੜ ਭੂਖ ਨਾ ਹੋਏ। ਕਹਿੰਦੇ ਉਹ ਗਿਆਨ ਜਿਹੜਾ ਸਭ ਤੋਂ ਸ੍ਰੇਸ਼ਟ ਗਿਆਨ ਹੈ, ਉਹ ਫਿਰ ਭੋਗਦਾ ਜਿੱਥੇ ਮਨ ਤ੍ਰਿਪਤ ਰਹਿੰਦਾ ਹੈ, ਮਨ ਨੂੰ ਭੁੱਖ ਨਹੀਂ ਲੱਗਦੀ। ਗਿਆਨ ਮਹਾਰਸ ਭੋਗਵੈ, ਬਹੁੜ ਭੂਖ ਨਾ ਹੋਏ। ਨਾਨਕ ਇਹ ਮਨ ਮਾਰ ਮਿਲ, ਪੀ ਫਿਰ ਦੁੱਖ ਨਾ ਹੋਏ। ਜੇ ਅਸੀਂ ਮਨ ਨੂੰ ਮਾਰ ਕੇ ਇੱਕ ਦ੍ਰਿਸ਼ਟ ਹੋ ਕੇ ਵੀ ਚੱਲ ਪਈਏ, ਫਿਰ ਵੀ ਸਾਨੂੰ ਦੁੱਖ ਨਹੀਂ ਲੱਗਦਾ। ਫਿਰ ਵੀ ਸਾਡਾ ਜਨਮ ਮਰਨ ਕੱਟਿਆ ਜਾਂਦਾ ਹੈ, ਕਿਉਂਕਿ ਕਲਯੁਗ ਦੇ ਵਿੱਚ ਸਾਨੂੰ ਗੁਰ ਤੋਂ ਮੁਕਤੀ ਹੈ। ਗੁਰ ਦਾ ਗਿਆਨ ਜੇ ਮਨ ਵਿੱਚ ਵਸ ਗਿਆ, ਅਸੀਂ ਮੁਕਤ ਹੋ ਜਾਂਦੇ। ਪਰ ਹੋਵਾਂਗੇ ਅੰਤ ਸਮੇਂ, ਰੋਜ਼ ਧਿਆਉਣਾ ਪਏਗਾ। ਜੇਕਰ ਇਹ ਮਨ ਦੇ ਵਿੱਚ ਵਸ ਜਾਂਦਾ ਹੈ, ਮਨ ਨਿਰਮਲ ਹੋ ਜਾਂਦਾ ਹੈ, ਵੈਰਾਗੀ ਮਨ ਹੋ ਜਾਂਦਾ ਹੈ, ਤੇ ਫਿਰ ਅਸੀਂ ਜੀਵਨ ਹੀ ਮੁਕਤ ਹੋ ਜਾਂਦੇ ਹਾਂ। ਪਰ ਫਿਰ ਮਨ ਕਿੱਥੇ ਵਸਦਾ ਹੈ? ਸਦਾ ਇੱਥੇ ਵਸਦਾ ਹੈ, ਇਸ ਘਰ ਦੇ ਵਿੱਚ। ਨਹੀਂ ਸਾਡਾ ਮਨ ਧਿਆਨ ਦੇ ਵਿੱਚ ਕਦੇ ਸੱਜੇ ਚਲੇ ਜਾਏਗਾ, ਕਦੇ ਖੱਬੇ ਚਲੇ ਜਾਏਗਾ, ਕਦੇ ਵਿਚਾਲੇ, ਕਦੇ ਤਮੋ ਗੁਣ ਤੇ, ਕਦੇ ਰਜੋ ਗੁਣ ਤੇ, ਕਦੇ ਸਤੋ ਗੁਣ ਤੇ। ਜੇ ਮਾਇਆ ਦੇ ਵਿੱਚ ਹੈ, ਜੇ ਇਹ ਮਾਇਆ ਤੋਂ ਵਿਰਾਗ ਲੈ ਕੇ ਇੱਥੇ ਵਸ ਜਾਂਦਾ, ਫਿਰ ਸਦਾ ਇਸ ਘਰ ਵਿੱਚ ਵਸਦਾ ਹੈ। ਇੱਥੇ ਅਸੀਂ ਮੁਕਤ ਹਾਂ। ਇਸ ਕਰਕੇ ਸਾਨੂੰ ਸਮਝਾਉਂਦੇ ਨੇ, ਇੱਕੋ ਸ਼ਬਦ ਵਿਚਾਰੀਐ, ਅਵਰ ਤਿਆਗੈ ਆਸ। ਕਹਿੰਦੇ ਇੱਕ ਹੀ ਸ਼ਬਦ ਦੀ ਵਿਚਾਰ ਕਰਨੀ ਹੈ। ਉਹ ਸ਼ਬਦ ਕਿਹੜਾ ਹੈ? ਗੁਰ। ਹੋ ਸਾਰੀਆਂ ਆਸਾਂ ਛੱਡ ਦੇਣੀਆਂ ਨੇ। ਨਾਨਕ ਦੇਖ ਦਿਖਾਈਐ, ਹਾਂ ਸਦ ਬਲਿਹਾਰੈ ਜਸ। ਕਹਿੰਦੇ ਜਿਹੜਾ ਉਸ ਪਰਮੇਸ਼ਰ ਨੂੰ ਦੇਖਦਾ ਤੇ ਦੂਜਿਆਂ ਨੂੰ ਦਿਖਾਉਂਦਾ ਹੈ, ਅਸੀਂ ਉਸ ਤੋਂ ਬਲਿਹਾਰੇ ਜਾਣਦੇ ਹਾਂ ਕਿ ਇੱਕ ਹੀ ਸ਼ਬਦ ਦੀ ਵਿਚਾਰ ਹੈ। ਉਹ ਸ਼ਬਦ ਜਿਹੜਾ ਹੈ ਗੁਰਬਾਣੀ 'ਚ ਦੱਸਿਆ, ਗੁਰ ਏਕਾ ਬਾਣੀ ਇੱਕ ਗੁਰ, ਏਕੋ ਸ਼ਬਦ ਵਿਚਾਰ। ਇੱਕੋ ਸ਼ਬਦ ਦੀ ਵਿਚਾਰ, ਇੱਕੋ ਬਾਣੀ, ਇੱਕੋ ਹੀ ਗੁਰ ਹੈ। ਉਹ ਇੱਥੇ ਗਿਆਨ ਜਿਹੜਾ ਹੈ, ਸੱਚਾ ਸੌਦਾ ਹਟ ਸੱਚ। ਇਹ ਸੱਚਾ ਸੌਦਾ ਇੱਥੋਂ ਮਿਲਦਾ ਹੈ, ਸੱਚੀ ਹਟ ਹੈ। ਰਤਨੀ ਭਰੇ ਭੰਡਾਰ, ਗੁਰ ਕਿਰਪਾ ਤੇ ਪਾਈਐ, ਜੇ ਦੇਵੈ ਦੇਵਨ ਹਰ। ਮਰੇ ਕਹਿੰਦੇ ਮਿਲਣਾ ਕਿੱਥੇ ਹੈ? ਗੁਰ ਦੀ ਕਿਰਪਾ ਦੇ ਨਾਲ। ਦੇਣਾ ਕਿਸਨੇ? ਪਰਮੇਸ਼ਰ ਨੇ। ਸੱਚਾ ਸੌਦਾ ਲਾਭ ਸਦਾ, ਖੱਟਿਆ ਨਾਮ ਅਪਾਰ, ਬਿਖ ਵਿੱਚ ਅੰਮ੍ਰਿਤ ਪ੍ਰਗਟਿਆ, ਕਰਮ ਮਿਲਾਵਨ ਹਰ।
ਇਹ ਜਿਹੜਾ ਸੰਸਾਰ ਤੇਰਾ ਗੁਣ ਵਿਖਸੇ, ਇੱਥੇ ਹੀ ਅੰਮ੍ਰਿਤ ਪ੍ਰਗਟ ਹੋ ਜਾਂਦਾ, ਹਰੀ ਦਾ ਰੂਪ ਪ੍ਰਗਟ ਹੋ ਜਾਂਦਾ ਹੈ। ਤੇ ਏਦਾਂ ਫਿਰ ਅਸੀਂ ਉਹ ਸੱਚਾ ਸੌਦਾ ਪ੍ਰਾਪਤ ਕਰ ਲੈਂਦੇ ਹਾਂ ਨਾਮ ਦਾ। ਫਿਰ ਸਾਰਾ ਸੰਸਾਰ ਹੀ ਹਰੀ ਦਾ ਰੂਪ ਹੋ ਜਾਂਦਾ। ਇੱਕ ਹੀ ਸ਼ਬਦ ਹੈ, ਇੱਕ ਹੀ ਬਾਣੀ ਹੈ, ਇੱਕ ਹੀ ਗੁਰ ਹੈ। ਸਤਿਗੁਰ ਸਮਝਾਉਂਦੇ ਨੇ, ਮਨ ਰੇ ਗੁਰਮੁਖ ਅਗਨ ਨਿਵਾਰ, ਗੁਰ ਕਾ ਕਹਿਆ ਮਨ ਵਸੈ, ਹਉ ਮੈਂ ਤ੍ਰਿਸ਼ਨਾ ਮਾਰ। ਕਿ ਹੇ ਮਨ, ਜਿਹੜੀ ਤੇਰੇ ਅੰਦਰ ਅਗਨ ਹੈ ਮਾਇਆ ਦੀ, ਉਸ ਨੂੰ ਨਿਵਾਰ ਲੈ। ਪਰ ਕਿਵੇਂ ਨਿਵਾਰ ਹੋਗਾ? ਜੇ ਗੁਰ ਦਾ ਸ਼ਬਦ ਤੇਰੇ ਮਨ ਵਿੱਚ ਵਸ ਜਾਏਗਾ। ਗੁਰ ਕਾ ਕਹਿਆ ਮਨ ਵਸੈ, ਹਉ ਮੈਂ ਤ੍ਰਿਸ਼ਨਾ ਮਾਰ। ਹਉਮੈ ਖਤਮ ਹੋ ਜਾਏਗੀ, ਤ੍ਰਿਸ਼ਨਾ ਖਤਮ ਹੋ ਜਾਏਗੀ। ਜਿਹੜੀ ਮਾਇਆ ਦੀ ਅਗਨ ਹੈ ਬੁਝ ਜਾਏਗੀ। ਮਾਇਆ ਕੋਈ ਪੈਸਾ ਹੀ ਨਹੀਂ ਹੈ। ਮਾਇਆ ਦੇ ਵਿੱਚ ਨਫ਼ਰਤ, ਵੈਰ, ਵਿਰੋਧ, ਆਸ਼ਾਵਾਂ, ਤ੍ਰਿਸ਼ਨਾਵਾਂ, ਇਹ ਸਾਰਾ ਕੁਛ ਹੀ ਮਾਇਆ ਹੈ। ਜਿੰਨੀਆਂ ਵੀ ਤ੍ਰੈ ਗੁਣੀ ਵਿਚਾਰਾਂ ਨੇ, ਇਹ ਮਾਇਆ ਹੈ। ਜਦ ਤੱਕ ਆਪਾਂ ਪ੍ਰਭੂ ਨੂੰ ਨਹੀਂ ਜਾਣਿਆ, ਇਹ ਸਾਡੇ ਵਾਸਤੇ ਸਾਰੀ ਮਾਇਆ ਹੈ। ਜਿਸ ਦਿਨ ਆਪਾਂ ਜਾਣ ਲਿਆ, ਉਸ ਦਿਨ ਇਹ ਅੰਮ੍ਰਿਤ ਬਣ ਜਾਂਦੀ ਹੈ। ਉਸਨੂੰ ਜਿਹੜੀ ਵਿਖ ਹੈ, ਇਸ ਨੂੰ ਅੰਮ੍ਰਿਤ ਬਣਾਉਣ ਦੇ ਵਾਸਤੇ ਆਪਾਂ ਉਸ ਪਰਮੇਸ਼ਰ ਨੂੰ ਜਾਣਨਾ ਹੁੰਦਾ ਹੈ, ਜਿਸ ਨੇ ਇਸ ਮਾਇਆ ਨੂੰ ਪੈਦਾ ਕੀਤਾ ਹੈ। ਕਿਉਂਕਿ ਮਾਇਆ ਕਿਸ ਦੀ ਪੈਦਾ ਕੀਤੀ ਹੈ? ਪਰਮੇਸ਼ਰ ਦੀ। ਤੇ ਮਾਇਆ ਨੂੰ ਮੋਹਣੀ ਬਣਾਇਆ ਹੈ ਉਸ ਪਰਮੇਸ਼ਰ ਨੇ, ਜਿਹਨੂੰ ਸਤਿਗੁਰੂ ਸਮਝਾਉਂਦੇ ਨੇ, ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ। ਕਹਿੰਦੇ ਜਿਨੇ ਨੂੰ ਕੀਤਾ ਮਾਇਆ ਨੂੰ, ਉਹਨੂੰ ਜਾਣ। ਵਿਖਿਆ ਅੰਮ੍ਰਿਤ ਏਕ ਹੈ, ਬੁੱਝੈ ਪੁਰਖ ਸੁਜਾਨ। ਕਹਿੰਦੇ ਉਸ ਪਰਮੇਸ਼ਰ ਨੂੰ ਬੁੱਝ ਲਿਆ, ਫਿਰ ਇਹ ਜਿਹੜੀ ਵਿਖ ਹੈ ਇਹ ਅੰਮ੍ਰਿਤ ਬਣ ਜਾਂਦੀ ਹੈ। ਇਸ ਕਰਕੇ ਸਤਿਗੁਰ ਸਮਝਾਉਂਦੇ ਹਨ ਆਪਾਂ ਨੂੰ ਕਿ ਏਦਾਂ ਗੁਰ ਦੇ ਬਚਨ ਦੁਆਰਾ ਗੁਰਮੁਖਾਂ ਤੋਂ ਗਿਆਨ ਲੈ ਕੇ ਮਨ ਰੇ ਗੁਰਮੁਖ ਅਗਨ। ਕਿਉਂਕਿ ਗੁਰ ਦਾ ਮੁਖ ਤੇ ਗੁਰ ਦਾ ਗਿਆਨ ਲੈ ਕੇ ਅਗਨ ਨੂੰ ਨਿਵਾਰਨਾ ਹੈ। ਇਸ ਤੋਂ ਛੁਟਕਾਰਾ ਪਾਉਣਾ ਹੈ। ਕਦੋਂ ਹੋਏਗਾ? ਜਦੋਂ ਅਸੀਂ ਇਸ ਘਰ ਵਿੱਚ ਵਸ ਜਾਂਦੇ ਹਾਂ, ਨਿਜ ਘਰ ਦੇ ਵਿੱਚ। ਨਹੀਂ ਤਾਂ ਸਤਿਗੁਰ ਸਮਝਾਉਂਦੇ ਨੇ, ਕਹਿੰਦੇ ਭਰਮੈ ਪਾਹੇ ਨਾ ਵਿਜਵੈ, ਜੇ ਭਵੈ ਦਸੰਤਰ ਦੇਸ਼। ਜੇ ਭਰਮ ਦੇ ਵਿੱਚ ਹਾਂ, ਇਹ ਮਾਇਆ ਦੀ ਜਿਹੜੀ ਅਗਨ ਬੁਝਦੀ ਨਹੀਂ ਹੈ। ਚਾਹੇ ਜਿੰਨੇ ਮਰਜ਼ੀ ਦੇਸ਼ਾਂ 'ਚ ਭਰਮ ਕੇ ਆ ਜਾਈਏ, ਜਿੰਨਾ ਮਰਜ਼ੀ ਧਨ ਦੌਲਤ ਕਮਾ ਲਈਏ, ਪਰ ਇਹ ਨਹੀਂ ਬੁਝਦੀ। ਅੰਤਰ ਮੈਲ ਨਾ ਉਤਰੈ, ਤ੍ਰਿਗ ਜੀਵਨ ਤ੍ਰਿਗ ਵੇਸ। ਕਹਿੰਦੇ ਮਨ ਦੀ ਮੈਲ ਨਹੀਂ ਉਤਰਦੀ। ਇਸ ਕਰਕੇ ਜੇ ਅਸੀਂ ਬਾਹਰੀ ਭੇਖ ਵੀ ਕਰ ਲਿਆ, ਉਹ ਵੀ ਤਿਰਕਾਰ ਹੈ, ਤੇ ਸਾਡਾ ਜੀਵਨ ਵੀ ਤਿਰਕਾਰ ਹੈ। ਹੋਰ ਕਿਤੇ ਭਗਤ ਨਾ ਹੋਵਈ, ਬਿਨ ਸਤਿਗੁਰ ਕੇ ਉਪਦੇਸ਼। ਜਿੰਨੀ ਦੇਰ ਸਤਿਗੁਰ ਦੇ ਉਪਦੇਸ਼ ਨੂੰ ਨਹੀਂ ਸੁਣਦੇ, ਭਗਤੀ ਨਹੀਂ ਹੋਣੀ। ਕੋਈ ਹੋਰ ਤਰੀਕਾ ਹੀ ਨਹੀਂ ਭਗਤੀ ਦਾ ਹੈ। ਸਤਿਗੁਰ ਹੈ ਸੱਚਾ ਉਪਦੇਸ਼, ਸੱਚਾ ਗਿਆਨ, ਜੋ ਮਾਲਕ ਆਪਣੇ ਜਨਾਂ ਦੁਆਰਾ ਦਿੰਦਾ ਹੈ, ਸੰਤਾਂ ਦੀ ਸਭਾ ਦੇ ਵਿੱਚ ਮਿਲਦਾ ਹੈ। ਮਨ ਨਿਰਮੋਲ, ਮਨ ਮਾਨਕ ਨਿਰਮੋਲ ਹੈ, ਰਾਮ ਨਾਮ ਪਤ ਪਾਏ। ਜਿਹੜਾ ਮਨ ਹੈ, ਬਾਰੇ ਕਹਿੰਦੇ ਇਹ ਮਾਨਕ ਦੀ ਤਰ੍ਹਾਂ ਹੈ, ਹੀਰਿਆਂ ਦੀ ਤਰ੍ਹਾਂ ਹੈ, ਰਤਨ ਜਵੇਹਰਾਂ ਦੀ ਤਰ੍ਹਾਂ ਹੈ। ਪਰ ਕਦੋਂ? ਜਦੋਂ ਇਸ ਨੂੰ ਪਤ ਮਿਲ ਜਾਂਦੀ ਹੈ ਪ੍ਰਭੂ ਦੇ ਦਰ ਤੇ। ਜਦੋਂ ਇਸ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ, ਸਾਡਾ ਮਨ ਵੀ ਨਿਰਮੋਲਕ ਬਣ ਜਾਂਦਾ ਹੈ। ਮਿਲ ਸਤ ਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਏ। ਕਹਿੰਦੇ ਸੰਗਤ ਦੇ ਵਿੱਚ ਮਿਲ ਕੇ ਗੁਰ ਦਾ ਗਿਆਨ ਲੈ ਕੇ ਲਿਵ ਜੋੜਨੀ ਹੈ ਪ੍ਰਭੂ ਦੇ ਨਾਲ, ਤੇ ਇਹੀ ਮਨ ਸਾਡਾ ਨਿਰਮੋਲਕ ਹੋ ਜਾਂਦਾ ਹੈ। ਆਪ ਗਿਆ ਸੁਖ ਪਾਇਆ, ਮਿਲ ਸਲਲ ਹੈ ਸਲਲ ਸਮਾਏ। ਕਿਉਂਕਿ ਮਨ ਦਾ ਆਪਾ ਖਤਮ ਹੁੰਦਾ ਹੈ। ਮਨ ਜਿਹੜਾ ਅਸਥੂਲ ਤੋਂ ਪ੍ਰਕਾਸ਼ ਹੋ ਜਾਂਦਾ ਹੈ, ਤੇ ਉਸਨੂੰ ਕਹਿੰਦੇ ਆਪਾ ਖਤਮ ਹੋਣਾ। ਫਿਰ ਜਿਵੇਂ ਪਾਣੀ ਪਾਣੀ 'ਚ ਮਿਲ ਜਾਂਦਾ ਹੈ, ਏਦਾਂ ਸਾਡੀ ਜੋਤ ਪ੍ਰਭੂ ਦੀ ਜੋਤ ਦੇ ਵਿੱਚ ਮਿਲ ਜਾਂਦੀ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਨ ਹਰ ਹਰ ਨਾਮ ਨਾ ਚੇਤਿਓ, ਸੇ ਔਗਣ ਆਵੇ ਜਾਏ। ਜਿਨ੍ਹਾਂ ਹਰੀ ਦੇ ਨਾਮ ਨੂੰ ਚੇਤਿਆ ਨਹੀਂ, ਉਹਦੇ ਅੰਦਰ ਔਗਣ ਨੇ, ਉਹ ਆਵਣ ਜਾਵਣ ਦੇ ਵਿੱਚ ਨੇ। ਜੇ ਸਤਿਗੁਰ ਪੁਰਖ ਨਾ ਭੇਟਿਓ, ਸੋ ਭਉ ਜਲ ਪਚੈ ਪਚਾਏ। ਕਹਿੰਦੇ ਜਿਨ੍ਹਾਂ ਸਤਿਗੁਰ ਦਾ ਪੁਰਖ ਦੇ ਨਾਲ ਮਿਲਾਪ ਨਹੀਂ ਕੀਤਾ, ਅਗਿਆਨ ਨਹੀਂ ਲਿਆ, ਇੱਥੇ ਸਤਿਗੁਰ ਦੇ ਨਾਲ ਮਿਲਾਪ ਨਹੀਂ ਹੋਇਆ,
ਆਵਣ ਜਾਵਣ ਦੇ ਵਿੱਚ ਹੈ, ਭਵਜਲ ਦੇ ਵਿੱਚ ਪਚਦੇ ਰਹਿੰਦੇ ਨੇ। ਇਹ ਮਾਨਕ ਜਿਉ ਨਿਰਮੋਲ ਹੈ, ਇਉਂ ਕੌਡੀ ਬਦਲੇ ਜਾਏ। ਕਹਿੰਦੇ ਇਹ ਹੀ ਮਨ ਜਿਹੜਾ ਸਾਡਾ ਨਿਰਮੋਲ ਸੀ, ਲੇਕਿਨ ਗੁਰ ਦੇ ਗਿਆਨ ਤੋਂ ਬਿਨਾਂ, ਸਤਿਗੁਰ ਨੂੰ ਭੇਟਣ ਤੋਂ ਬਿਨਾਂ ਕੌਡੀਆਂ ਦੇ ਬਦਲੇ ਜਾਂਦਾ ਹੈ। ਬਿਨ ਸਤਿਗੁਰ ਭੇਟੈ ਹਰ ਨਾਮ ਨਾ ਪਾਏ। ਸਤਿਗੁਰ ਭੇਟੇ ਤੋਂ ਬਿਨਾਂ ਹਰੀ ਦੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਜਿਨ੍ਹਾਂ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਨ। ਜਿਨ੍ਹਾਂ ਨੂੰ ਇਹ ਗਿਆਨ ਪ੍ਰਾਪਤ ਹੋ ਜਾਂਦਾ, ਰਸ ਮਿਲ ਜਾਂਦਾ ਹੈ, ਕਹਿੰਦੇ ਉਹ ਪੂਰੇ ਪੁਰਖ ਨੇ, ਉਹ ਸੁਜਾਨ ਨੇ। ਗੁਰਮਿਲ ਭਵਜਲ ਲੰਘੀਐ ਦਰਗਹਿ ਪਤ ਪਰਵਾਨ। ਉਹਨਾਂ ਤੋਂ ਗੁਰ ਲੈ ਕੇ ਇਸ ਭਵ ਸਾਗਰ ਨੂੰ ਪਾਰ ਕਰਨਾ, ਦਰਗਾਹ ਦੇ ਵਿੱਚ ਪਤ ਪ੍ਰਵਾਨ ਹੋ ਜਾਂਦੀ ਹੈ। ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸ਼ਬਦ ਨਿਸ਼ਾਨ। ਉਹਨਾਂ ਦੇ ਮੁਖ ਉਜਲ ਨੇ, ਉਹਨਾਂ ਦੁਆਰਾ ਫਿਰ ਇਹ ਸ਼ਬਦ ਦਾ ਗਿਆਨ ਮਿਲਦਾ ਹੈ। ਤੁਨ ਉਪਜਣੀ ਹੈ। ਤੁਨ ਕੀ ਹੈ? ਮੁਖ ਤੋਂ ਗਿਆਨ ਲੈਣਾ ਹੈ ਇੱਧਰ ਦਾ, ਜਿਹਨੂੰ ਮਹਾਰਾਜ ਸਮਝਾਉਂਦੇ ਨੇ। ਕਿਉਂਕਿ ਜਿਹੜੀ ਸਹਿਜ ਧੁਨ ਹੈ, ਜਿਸ ਨੂੰ ਕਈ ਵਾਰੀ ਸ਼ਬਦ ਆਉਂਦੇ ਨੇ ਗੁਰਬਾਣੀ ਦੇ ਵਿੱਚ, ਇਹਨੂੰ ਮਹਾਰਾਜ ਸਮਝਾਉਂਦੇ ਨੇ, ਤੇਰਾ ਨਾਮ ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ। ਹੁਣ ਜਿਹੜੀ ਇਹ ਬਾਣੀ ਹੈ, ਬਾਣੀ ਹੁੰਦਾ ਹੈ ਗਿਆਨ, ਵਿਚਾਰ, ਕੁਝ ਸ਼ਬਦ ਬੋਲੇ ਹੋਏ। ਜਿਵੇਂ ਸਤਿਗੁਰਾਂ ਦੀ ਇਹ ਸਾਰੀ ਬਾਣੀ ਹੈ, ਇਹ ਅੱਖਰ ਨੇ, ਇਹ ਕੋਈ ਧੁਨ ਨਹੀਂ ਹੈ, ਗਿਆਨ ਹੈ, ਜਿਸ ਨੂੰ ਆਪਾਂ ਬਾਣੀ ਕਹਿੰਦੇ, ਬੋਲੇ ਹੋਏ ਬਚਨ। ਏਦਾਂ ਹੀ ਜਿਹੜਾ ਇੱਥੋਂ ਚੱਲ ਕੇ ਆ ਜਾਣ ਦਾ ਗਿਆਨ ਹੈ, ਇਸ ਨੂੰ ਸਹਿਜ ਧੁਨ ਬਾਣੀ ਕਿਹਾ ਹੈ। ਕਿਉਂਕਿ ਇੱਥੋਂ ਆਪਾਂ ਸਹਿਜ ਦੇ ਵਿੱਚ ਪ੍ਰਵੇਸ਼ ਹੋਣਾ ਹੈ। ਸਹਿਜ ਕੀ ਹੈ? ਚੌਥਾ ਪਦ। ਹੁਣ ਪਰਮੇਸ਼ਰ ਕਿੱਥੇ ਹੈ? ਇੱਥੇ ਗੁਫਾ 'ਚ ਬੈਠਾ ਸਾਨੂੰ ਸਵੱਸ ਦਿੰਦਾ ਹੈ, ਚੌਥੇ ਪਦ ਦੇ ਵਿੱਚੋਂ। ਤੇ ਸਹਿਜ ਵਿੱਚ ਜਿਹੜਾ ਜਾਣ ਦਾ ਗਿਆਨ ਹੈ, ਉਸ ਨੂੰ ਸਹਿਜ ਧੁਨ ਬਾਣੀ ਕਿਹਾ ਹੈ। ਕਿੱਥੋਂ ਦਿੰਦਾ ਹੈ? ਆਪਣੇ ਜਨਾਂ ਦੇ ਰਸਨਾ ਤੋਂ, ਮੁਖ ਤੋਂ ਬੋਲ ਕੇ ਦਿੰਦਾ ਹੈ। ਇਸ ਕਰਕੇ ਸਤਿਗੁਰਾਂ ਨੇ ਸਮਝਾਇਆ ਹੈ ਅੱਗੇ, ਕਹਿੰਦੇ ਜਿਹੜੀ ਸਹਿਜ ਧੁਨ ਹੈ ਕਿ ਜਪੀਐ ਸਹਿਜ ਧੁਨੀ ਹਾਂ, ਸਾਧ ਰਸਨ ਭਨੀ ਹਾਂ, ਛੁੱਟਣ ਬਿਦ ਸੁਣੀ ਹਾਂ। ਤ੍ਰਿਕੁਟੀ ਤੋਂ ਛੁੱਟਣ ਦੀ ਜਿਹੜੀ ਜੁਗਤੀ ਹੈ, ਉਸ ਨੂੰ ਸਾਧੂ ਜਨਾਂ ਦੀ ਰਸਨਾ ਤੋਂ ਸੁਣ ਕੇ ਇਹ ਜਿਹੜੀ ਸਹਿਜ ਧੁਨ ਹੈ, ਇਸ ਨੂੰ ਭੰਨਣਾ ਹੈ, ਜਪਣਾ ਜਾਣਾ ਹੈ, ਇਸ ਨੂੰ ਸਮਝਣਾ ਹੈ। ਜਪੀਐ ਸਹਿਜ ਧੁਨੀ ਹੈ, ਧੁਨੀ ਹਾਂ, ਸਾਧ ਰਸਨ ਭਨੀ ਹਾਂ। ਭਨਿਆ ਕਿੱਥੋਂ? ਉਚਾਰਿਆ ਕਿੱਥੋਂ ਗਿਆ? ਸਾਧੂ ਦੀ ਰਸਨਾ ਤੋਂ, ਸਹਿਜ ਤੋਂ। ਛੁੱਟਣ ਬਿਦ ਸੁਣੀ ਹਾਂ। ਛੁੱਟਣਾ ਕਿੱਥੋਂ ਸੀ? ਤ੍ਰਿਕੁਟੀ ਦੇ ਵਿੱਚੋਂ। ਇੱਥੋਂ ਛੁੱਟ ਕੇ ਮਨ ਨੇ ਜਾਣਾ ਕਿੱਥੇ ਸੀ? ਸਹਿਜ ਦੇ ਵਿੱਚ। ਇਸ ਨੂੰ ਸਹਿਜ ਧੁਨ ਕਿਹਾ ਗੁਰਬਾਣੀ ਦੇ ਵਿੱਚ। ਕਿਉਂਕਿ ਕੋਈ ਆਵਾਜ਼ ਜਿਹੜੀ ਕਿ ਸਾਨੂੰ ਕੰਨਾਂ ਤੋਂ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ ਹੈ, ਉਹ ਆਵਾਜ਼ ਦੇ ਕਈ ਤਰ੍ਹਾਂ ਦੇ ਆਵਾਜ਼ਾਂ ਨੇ। ਚਿੜੀਆਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ, ਬੀਂਡਿਆਂ ਦੀ ਆਵਾਜ਼ ਆਉਂਦੀ ਹੈ, ਇੱਦਾਂ ਹੀ ਢੋਲ ਧਮੱਕਾ, ਇੱਦਾਂ ਦੀਆਂ ਛੈਣੇ ਖੜਕਦੇ ਨੇ, ਇੱਦਾਂ ਦੀਆਂ ਆਵਾਜ਼ਾਂ ਨੇ। ਫਿਰ ਇੱਕ ਸੁਰ ਦੇ ਵਿੱਚ ਆਵਾਜ਼ ਚੱਲ ਪੈਂਦੀ ਹੈ, ਬੰਸਰੀ ਦੀ ਆਵਾਜ਼ ਦੀ ਤਰ੍ਹਾਂ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸ ਬਾਣੀ ਨੂੰ ਹੀ ਕਈ ਜੀਵ ਸਹਿਜ ਧੁਨ ਸਮਝ ਲੈਂਦੇ ਨੇ ਕਿ ਇਹ ਪਰਮੇਸ਼ਰ ਦੇ ਮੁਖ ਦੀ ਆਵਾਜ਼ ਹੈ। ਕਿਉਂਕਿ ਪਰਮੇਸ਼ਰ ਦੇ ਮੁਖ ਦੀ ਆਵਾਜ਼ ਜਿਹੜੀ ਹੈ, ਸਾਧੂ ਜਨਾਂ ਦੀ ਰਸਨਾ ਤੋਂ ਕਿੰਨੇ ਗ੍ਰੰਥ ਲਿਖੇ ਹੋਏ ਨੇ, ਉਹ ਬਾਣੀ ਹੈ ਜਿਹਦੇ ਦੁਆਰਾ ਆਪਾਂ ਸਮਝਦੇ ਹਾਂ। ਉਸ ਧੁਨ ਨੂੰ ਕੋਈ ਸਹਿਜ ਧੁਨ ਨਹੀਂ ਹੈ, ਉਹ ਇੱਕ ਮਾਇਆ ਦਾ ਜਾਲ ਹੈ, ਉਹ ਦੇਵ ਲੋਕ ਤੱਕ ਹੈ, ਉਸ ਤੋਂ ਅੱਗੇ ਨਹੀਂ ਹੈ। ਇਸ ਕਰਕੇ ਸਾਨੂੰ ਸਮਝਾਇਆ ਹੈ ਕਿ ਇਹਦਾ ਆਪਾਂ ਫਿਰ ਧੁਨ ਉਪਜਦੀ ਮੁਖ ਤੋਂ, ਪਰ ਕਿਹਨਾਂ ਦੇ? ਜਿਨ੍ਹਾਂ ਦੇ ਮੁਖ ਆਪਣੇ ਉਜਲ ਨੇ, ਜਿਹੜੇ ਪ੍ਰਭੂ ਦੇ ਚਾਕਰ ਨੇ, ਜਿਹੜੇ ਗੋਬਿੰਦ ਦੇ ਚਾਕਰ ਨੇ। ਪ੍ਰਭ ਕੇ ਚਾਕਰ ਸੇ ਭਲੇ, ਨਾਨਕ ਤਿਨ ਮੁਖ ਉਜਲੇ। ਕਹਿੰਦੇ ਉਹਨਾਂ ਦੇ ਮੁਖ ਉਜਲ ਹੁੰਦੇ ਨੇ, ਉਹ ਭਲੇ ਨੇ ਚਾਕਰ ਪਰਮੇਸ਼ਰ ਦੇ, ਪ੍ਰਭੂ ਦੇ, ਤੇ ਉਹ ਸਾਨੂੰ ਰਸਨਾ ਦੁਆਰਾ ਇਹ ਗਿਆਨ ਦਿੰਦੇ ਹਨ। ਸੋ ਹੁਣ ਆਪਾਂ ਨਾਲ ਅਭਿਆਸ ਕਰੀਏ ਤਾਂ ਕਿ ਆਪਾਂ ਵੀ ਸਮਝ ਸਕੀਏ ਜੇ ਕੋਈ ਨਵਾਂ ਜੀਵ ਹੈ ਕਿ ਕਿਵੇਂ ਆਪਾਂ ਕਰਨਾ ਹੈ, ਕੀ ਹੈ। ਇਹ ਸਾਡਾ ਮਨ ਹੈ,
ਇਹ ਪੁਆਇੰਟ ਨੇ ਸਾਡੇ ਜਿਹੜੇ ਨੇਤਰ ਨੇ, ਦ੍ਰਿਸ਼, ਜਿੱਥੋਂ ਮਨ ਚੱਲਦਾ ਹੈ। ਹੁਣ ਮਨ ਹੈ ਜਿਹੜਾ ਸਾਡਾ ਕਿਵੇਂ ਚੱਲਦਾ ਹੈ? ਇੱਧਰ ਨੂੰ ਚੱਲਦਾ ਹੈ। ਲੇਕਿਨ ਇੱਥੇ ਆਪਾਂ ਚੱਲਣਾ ਹੈ ਇਸ ਰਸਤੇ ਨੂੰ, ਇਸ ਦਰ ਤੇ ਆਉਣਾ, ਇਹ ਦਰ ਹੈ। ਹੁਣ ਇੱਥੇ ਜੇ ਆਪਾਂ ਸਾਰਾ ਸਮਝਾਂਗੇ, ਸਾਡੇ ਮਨ ਇੱਧਰ ਘੁੰਮਦੇ ਨੇ। ਇੱਧਰ ਤਮੋ ਗੁਣ ਹੈ, ਇੱਧਰ ਰਜੋ ਗੁਣ ਹੈ, ਸਤੋ ਗੁਣ ਹੈ। ਉੱਚ ਥਾਂ ਤੇ ਚੱਲਦੇ ਨੇ। ਸਾਨੂੰ ਪੌੜੀਆਂ ਉਤਰਨਾ ਪਏਗਾ। ਜਦ ਤੱਕ ਆਪਾਂ ਇੱਧਰੋਂ ਤਿੰਨੇ ਪਾਸਿਆਂ ਤੋਂ ਪੌੜੀਆਂ ਉਤਰ ਕੇ ਨਹੀਂ ਆਉਂਦੇ, ਆਪਾਂ ਅਕਾਲ ਤਖਤ ਦੀਆਂ ਪੌੜੀਆਂ ਨਹੀਂ ਚੜ੍ਹ ਸਕਦੇ। ਕਿਉਂਕਿ ਅਸੀਂ ਚੱਲਦੇ ਹਾਂ, ਅਸੀਂ ਤੁਰੇ ਫਿਰਦੇ ਹਾਂ ਗੁਣਾਂ ਦੇ ਵਿੱਚ, ਇੱਧਰ ਧਰਮਖੰਡ ਦੇ ਵਿੱਚ। ਤੇ ਪਰਮੇਸ਼ਰ ਕਿੱਥੇ ਵਸਦਾ ਹੈ? ਅੰਦਰ, ਇੱਥੇ। ਤੇ ਜਦ ਤੱਕ ਉਤਰ ਕੇ ਅਸੀਂ ਹਰਿਮੰਦਰ ਸਾਹਿਬ ਨਹੀਂ ਆਉਂਦੇ, ਇੱਥੇ ਕੀ ਹੈ? ਗੁਰ ਦਾ ਗਿਆਨ ਲੈਣਾ ਹੈ। ਆ ਗਿਆਨ ਲੈ ਕੇ ਅਸੀਂ ਨਹੀਂ ਚੱਲਦੇ ਇਸ ਮਾਰਗ ਤੇ, ਅਸੀਂ ਅਕਾਲ ਤਖਤ ਤੇ ਨਹੀਂ ਜਾ ਸਕਦੇ। ਇਸ ਕਰਕੇ ਨਿਭਣਾ ਪੈਂਦਾ ਹੈ। ਹੁਣ ਇਹ ਪੁਆਇੰਟ ਜਿਹੜਾ ਦਰ ਹੈ, ਜਿਸ ਦਰ ਤੋਂ ਬੈਠਾ ਪਾਲਦਾ ਹੈ। ਹੁਣ ਇੱਥੋਂ ਫਿਰ ਤ੍ਰੈ ਗੁਣਾਂ ਦੇ ਵਿੱਚੋਂ ਜਿਹੜਾ ਇਹ ਕੀ ਹੈ? ਗਿਆਨ ਖੰਡ ਹੈ। ਸਾਡੇ ਅੰਦਰ ਜਿਹੜਾ ਸੱਚਾ ਗਿਆਨ ਹੈ, ਜਿਹੜਾ ਪਰਮੇਸ਼ਰ ਜਦੋਂ ਮਨ ਵਿੱਚ ਵਸ ਜਾਂਦਾ ਹੈ, ਫਿਰ ਜਿਹੜਾ ਗਿਆਨ ਹੈ ਉਹ ਸੱਚਾ ਗਿਆਨ ਹੈ। ਹੁਣ ਮਹਾਰਾਜ ਸਮਝਾਉਂਦੇ ਨੇ, ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਇੱਧਰ ਹੈ ਧਰਮ ਖੰਡ। ਇਹ ਸਾਰਾ ਹੀ ਧਰਮ ਖੰਡ ਦਾ ਇੱਥੋਂ ਸ਼ੁਰੂ ਹੋ ਜਾਂਦਾ। ਇਹ ਧਰਮ ਖੰਡ ਦਾ ਇਲਾਕਾ ਸਾਰਾ ਹੀ ਇੱਥੇ ਤੱਕ, ਜਿਹਨੂੰ ਆਪਾਂ ਪੜ੍ਹਦੇ ਹਾਂ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਨ ਮਹੇਸ਼, ਕੇਤੇ ਵਰਮੇ ਕਾਰਤ ਕੜੀਆ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀ ਅਖਾਣੀ, ਕੇਤੀ ਬਾਣੀ, ਕੇਤੇ ਪਾਤ ਨਰਿੰਦ, ਕੇਤੀ ਅਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਕੋਈ ਅੰਤ ਨਹੀਂ, ਇੰਨੇ ਸੇਵਕ, ਇੰਨੀਆਂ ਸੁਰਤੀਆਂ, ਪਤਾ ਨਹੀਂ ਕਿੰਨੇ ਕੁ, ਪਰ ਕਿੱਥੇ? ਧਰਮਖੰਡ ਦੇ ਵਿੱਚ। ਹੁਣ ਧਰਮਖੰਡ ਤੋਂ ਚੱਲਣ ਦਾ ਜਿਹੜਾ ਅਗਲਾ ਗਿਆਨ ਹੈ, ਉਹ ਹੈ ਗਿਆਨ ਖੰਡ, ਜਿੱਥੇ ਪ੍ਰਚੰਡ ਗਿਆਨ ਹੈ। ਮਤਲਬ ਸਮਝਾਉਂਦੇ ਨੇ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਜਿੱਥੇ ਆਨੰਦ ਹੀ ਆਨੰਦ ਹੈ, ਜਿੱਥੇ ਆ ਮਾਲਕ ਵਸਦਾ ਹੈ। ਤੇ ਗਿਆਨ ਖੰਡ ਪ੍ਰਚੰਡ ਗਿਆਨ ਹੈ ਜਿਹੜਾ, ਇਹ ਗਿਆਨ ਇੱਥੋਂ ਸਾਨੂੰ ਕਿੱਥੇ ਲੈ ਜਾਂਦਾ? ਇਸ ਦਰ ਤੇ। ਇੱਥੋਂ ਸ਼ੁਰੂ ਹੁੰਦਾ ਹੈ ਸਾਡਾ ਸਰਮਖੰਡ। ਸਰਮਖੰਡ ਦੇ ਵਿੱਚ ਕੀ ਹੈ? ਸਾਡਾ ਰੂਪ ਪ੍ਰਗਟ ਹੋਣਾ ਹੈ। ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਇਸ ਪੁਆਇੰਟ ਤੇ ਇੱਥੇ ਜਦੋਂ ਅਸੀਂ ਆਪਾਂ ਬਸਣਾ ਸ਼ੁਰੂ ਕਰਾਂਗੇ, ਇੱਥੋਂ ਸਾਡੇ ਮਨ ਦੀ ਘਾੜਤ ਘੜੀ ਜਾਣੀ ਹੈ। ਉਹ ਵੀ ਬਹੁਤ ਸੁੰਦਰ, ਜਿੱਥੇ ਬੋਲਣਾ ਕੁਛ ਨਹੀਂ ਹੈ, ਸਿਰਫ ਧਿਆਉਣਾ ਹੈ, ਤਾਂ ਕਿ ਗੱਲਾਂ ਕਥੀਆਂ ਨਾ ਜਾਏ। ਇੱਥੇ ਕਥਨ ਨੂੰ ਨਹੀਂ ਹੈ, ਇੱਥੇ ਸਿਰਫ ਧਿਆਨ ਮਾਰਗ ਹੈ। ਜੇ ਕੋ ਕਹੇ ਪਿੱਛੇ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇੱਕ ਮਨ ਦੀ ਹੀ ਅਵਸਥਾ ਹੈ, ਲੇਕਿਨ ਮਨ ਚੱਲ ਕੇ ਜਦੋਂ ਜਾਂਦਾ ਹੈ, ਉੱਥੇ ਸੁਰਤੀ ਦੇ ਰੂਪ ਦੇ ਵਿੱਚ ਜਾਂਦਾ ਹੈ। ਜਿੱਥੇ ਬੈਠ ਕੇ ਵਿਚਾਰ ਸੁਣਦਾ ਹੈ, ਉੱਥੇ ਫਿਰ ਇਹ ਬੁੱਧ ਹੋ ਜਾਂਦਾ ਹੈ, ਬੁੱਧ ਨੂੰ ਪ੍ਰਾਪਤ ਕਰਦਾ ਹੈ। ਤੇ ਮਨ ਦਾ ਜਦੋਂ ਪ੍ਰਕਾਸ਼ ਹੋ ਜਾਂਦਾ, ਆਪਣੇ ਰੂਪ ਨੂੰ ਜਾਣ ਲੈਂਦਾ ਹੈ। ਜਿਹੜੇ ਮਤ ਲੈਂਦਾ ਹੈ ਗੁਰ ਦੀ, ਉੱਥੇ ਇਹਨੂੰ ਮਤ ਕਹਿ ਦਿੱਤਾ ਹੈ। ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਇੱਥੇ ਹੀ ਪੇ ਸਾਨੂੰ ਬੈਠ ਕੇ ਇਹ ਸਾਰਾ ਜਿਹੜਾ ਹੈ ਦੇਵ ਲੋਕ, ਜਿੱਥੇ ਰਿੱਧ ਸਿੱਧ, ਇਹ ਸਾਰਾ ਗਿਆਨ ਹੋ ਜਾਂਦਾ ਹੈ। ਤੇ ਇਸ ਤੋਂ ਅੱਗੇ ਹੈ, ਇੱਥੋਂ ਫਿਰ ਜਦੋਂ ਅਸੀਂ ਇੱਕ ਰੂਪ ਹੋ ਕੇ, ਇੱਕ ਮਨ, ਇੱਕ ਚਿੱਤ ਹੋ ਕੇ ਪ੍ਰਭੂ ਨੂੰ ਧਿਆਉਂਦੇ ਹਾਂ, ਇੱਥੇ ਸਾਡਾ ਰੂਪ ਪ੍ਰਗਟ ਹੋ ਜਾਂਦਾ ਹੈ। ਜਦੋਂ ਸਾਨੂੰ ਇਹ ਸਾਰਾ ਗਿਆਨ ਹੋ ਜਾਂਦਾ ਹੈ, ਇਸ ਨੂੰ ਸ਼ਿਵਪੁਰੀ ਵੀ ਕਿਹਾ ਗੁਰਬਾਣੀ ਦੇ ਵਿੱਚ, ਕਿ ਇੱਥੇ ਬੈਠ ਕੇ ਸੋਝੀ ਆਉਂਦੀ ਸਾਰੀ। ਸ਼ਿਵ ਕੀ ਪੁਰੀ ਵਸੈ ਬੁੱਧ ਸਾਰ, ਤਿਹ ਤੋਂ ਮਿਲ ਕੇ
करो विचार ईत ऊत की सोजी परै, कौन कर्म मेरा कर कर मरै। ਹੁਣ ਇਹ ਸਰਮਖੰਡ ਚੋਂ ਫਿਰ ਸਾਨੂੰ ਪਰਮੇਸ਼ਰ ਕਿੱਥੇ ਲੈ ਜਾਂਦਾ ਹੈ? ਇੱਥੇ ਕਰਮਖੰਡ ਦੇ ਵਿੱਚ। ਇੱਧਰਲੀ ਇੱਕ ਪੌੜੀ ਹੈ, ਧਰਮਖੰਡ ਇੱਕ ਪੌੜੀ ਤੇ ਹੈ, ਤੇ ਅਗਿਆਨ ਖੰਡ ਤੇ ਸਰਮਖੰਡ ਇੱਕ ਪੌੜੀ ਹੈ। ਤੇ ਇੱਥੋਂ ਫਿਰ ਜਦੋਂ ਅੱਗੇ ਕਰਮਖੰਡ ਚ ਇੱਥੇ ਲਿਜਾ ਕੇ ਕਰਮ ਚਲਾਉਂਦਾ ਹੈ ਜੀਵ ਨੂੰ। ਤੇ ਕਰਮਖੰਡ ਤੇ ਸੱਚਖੰਡ ਇੱਕ ਪੌੜੀ ਹੈ, ਜਿੱਥੇ ਇਕੱਠੇ ਵਸਦੇ ਹਨ, ਜਿੱਥੇ ਉਹ ਪਰਮੇਸ਼ਰ ਦਾ ਭਗਤ ਚਾਕਰ ਤੇ ਪਰਮੇਸ਼ਰ ਇਕੱਠੇ ਰਹਿੰਦੇ ਨੇ। ਉਹਨਾਂ ਦੇ ਵਾਸਤੇ ਸਾਰਾ ਹੀ ਹਰੀ ਦਾ ਰੂਪ ਹੈ। ਹੁਣ ਉਹ ਕਰਮਖੰਡ ਬਾਰੇ ਸਮਝਾਉਂਦੇ ਨੇ, ਕਰਮਖੰਡ ਕੀ ਬਾਣੀ ਚੋਰ, ਕਿ ਉੱਥੇ ਫਿਰ ਜੋੜਨ ਦੀ ਡਿਊਟੀ ਲਾਉਂਦਾ ਹੈ ਦੂਜੇ ਜੀਵਾਂ ਨੂੰ। ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ। ਉੱਥੇ ਉਹੀ ਨੇ ਜਿਹੜੇ ਪ੍ਰਭੂ ਨੂੰ ਪਾਉਂਦੇ ਨੇ, ਜਿਨ੍ਹਾਂ ਨੂੰ ਜੋਧੇ ਕਿਹਾ ਹੈ, ਮਹਾਬਲੀ ਕਿਹਾ ਹੈ, ਸੂਰਮੇ ਕਿਹਾ ਹੈ। ਕਿਉਂਕਿ ਇੱਧਰ ਜਿਹੜੇ ਪੰਜ ਵਸਦੇ ਨੇ ਇਹਨਾਂ ਨੂੰ ਵੀ ਮਹਾਬਲੀ ਕਿਹਾ ਹੈ। ਲੇਕਿਨ ਜਦੋਂ ਮਨ ਇਹਨਾਂ ਤੋਂ ਛੁੱਟ ਕੇ, ਇਹਨਾਂ ਨੂੰ ਜਿੱਤ ਕੇ, ਉਸ ਪਰਮੇਸ਼ਰ ਦਾ ਆਸਰਾ ਲੈ ਕੇ ਫਿਰ ਜਾ ਕੇ ਉਸ ਘਰ ਵਿੱਚ ਵਸਦਾ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ, ਪੰਚੇ ਬੱਧੇ ਮਹਾਬਲੀ ਕਰ ਸੱਚਾ ਟੋਆ। ਕਹਿੰਦੇ ਬੰਨ ਲਿਆ ਪਰਮੇਸ਼ਰ ਦਾ ਆਸਰਾ ਲੈ ਕੇ। ਪੰਚੇ ਬੱਧੇ ਮਹਾਬਲੀ ਕਰ ਸੱਚਾ ਟੋਆ, ਆਪਣੇ ਚਰਨ ਜਪਾਏ ਨਾ ਵਿੱਚ ਦੁੱਖ ਹੋਆ। ਰੋਗ ਸੁਖ ਸਭ ਮਿਟ ਗਏ, ਨਿਤ ਨਾਮਾ ਨਰੋਆ। ਦਿਨ ਰਾਮ ਨਾਮ ਦਿਨ ਰਹਿ ਨਾਮ ਤੇ ਆਇਂਦਾ, ਫਿਰ ਪਾਏ ਨਾ ਮੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਫਿਰ ਉਹਨਾਂ ਨੂੰ ਇੱਥੇ ਪ੍ਰਭੂ ਆਪਣਾ ਹੀ ਰੂਪ ਬਣਾ ਲੈਂਦਾ ਹੈ। ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਟੋ। ਉੱਥੇ ਫਿਰ ਉਸ ਪ੍ਰਭੂ ਦੀ ਸਿਫਤ ਸਲਾਹ, ਉੱਥੇ ਪ੍ਰਭੂ ਦੇ ਨਾਲ ਜੋੜਨਾ, ਸੀਵਨਾ ਵੀ ਕਿਹਾ ਹੈ ਜਿਹਨੂੰ। ਉਸ ਪ੍ਰਭੂ ਦੇ ਨਾਲ ਕਿਵੇਂ ਆਪਣੇ ਮਨ ਨੂੰ ਸੀਵਨਾ ਹੈ, ਜੋੜਨਾ ਹੈ। ਸੀਵਨਾ ਸੀਵਨ ਨੀਕਾ, ਸੀਵਨ ਨੀਕਾ ਕਿਆ ਕਹਿੰਦੇ? ਬਿਨਾਂ ਸੂਈ ਧਾਗੇ ਤੋਂ ਮਨ ਨੂੰ ਸੀਵਨਾ ਹੁੰਦਾ ਪਰਮੇਸ਼ਰ ਦੇ ਨਾਲ। ਉਹ ਫਿਰ ਇੱਥੇ ਸਾਨੂੰ ਜੋੜਨ ਦਾ ਕੰਮ ਕਰਦੇ। ਤਾਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਬਸੈ ਮਨ। ਮਹਾਰਾਜ ਕਹਿੰਦੇ ਉਹਨਾਂ ਦੇ ਰੂਪ ਕਥੇ ਨਹੀਂ ਜਾਂਦੇ, ਤੇ ਉਹ ਨਾ ਮਰਦੇ ਨੇ ਤੇ ਨਾ ਠੱਗੇ ਜਾਂਦੇ ਨੇ। ਹੁਣ ਸਰੀਰ ਤਾਂ ਸਾਰੇ ਮਰੇ, ਸਰੀਰ ਕਰਕੇ ਤਾਂ ਕੋਈ ਵੀ ਨਹੀਂ ਰਿਹਾ ਜੋ ਵੀ ਸੰਸਾਰ ਚ ਆਇਆ। ਇਸ ਕਰਕੇ ਫਿਰ ਕੌਣ ਹੈ? ਸਾਡਾ ਮਨ। ਜਿਹੜੇ ਪ੍ਰਭੂ ਸਮਾ ਜਾਂਦੇ ਨੇ ਤੇ ਮਰਨ ਜਨਮ ਤੋਂ ਖਤਮ ਹੋ ਜਾਂਦੇ ਨੇ, ਤੇ ਨਾ ਠੱਗੇ ਜਾਂਦੇ ਨੇ। ਠੱਗਿਆ ਕੀ ਜਾਂਦਾ ਹੈ? ਠੱਗਣ ਕੌਣ ਨੇ? ਜਿਹੜੇ ਸੰਸਾਰ ਦੇ ਵਿੱਚ ਪੰਜ ਠੱਗ ਨੇ ਬੜੇ। ਮਤਲਬ ਕਹਿੰਦੇ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ। ਇਹ ਪੰਜ ਠੱਗ ਸਾਨੂੰ ਠੱਗ ਲੈਂਦੇ ਨੇ, ਲੇਕਿਨ ਜਿਹੜੇ ਇਸ ਅਵਸਥਾ ਚਲੇ ਜਾਂਦੇ ਉਹਨਾਂ ਨੂੰ ਠੱਗ ਨਹੀਂ ਸਕਦੇ। ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਭ, ਤੇ ਕੁਲ ਦਾ ਗਰਭ ਹੋ ਜਾਂਦਾ, ਇਹ ਵੀ ਕਪਟ ਹੈ, ਇਹ ਵੀ ਉਹਨਾਂ ਨਾਲ ਹੋ ਨਹੀਂ ਸਕਦਾ। ਰਾਜ ਦਾ ਕਪਟ ਹੈ, ਇਹ ਵੀ ਨਹੀਂ ਹੋ ਸਕਦਾ। ਰੂਪ ਵੀ ਕਪਟ ਨਹੀਂ ਕਰ ਸਕਦਾ। ਧਨ ਕਪਟ ਹੈ, ਇਹ ਕੁਛ ਵੀ ਉਹਨਾਂ ਦੇ ਨਾਲ ਨਹੀਂ ਹੋ ਸਕਦਾ। ਪਰ ਜਿਨ੍ਹਾਂ ਦੇ ਮਨ ਵਿੱਚ ਰਾਮ ਵਸ ਜਾਂਦਾ ਹੈ, ਤਿੱਥੈ ਭਗਤ ਵਸੈ ਤੇ ਲੋਕ ਕਰੇ ਆਨੰਦ, ਸੱਚਾ ਮਨ ਸੋਇਆ। ਉਹਨਾਂ ਨੂੰ ਭਗਤ ਕਹਿੰਦੇ। ਸੰਸਾਰ 'ਚ ਕੀ ਕਿਹਾ? ਭਗਤ। ਉਹਨਾਂ ਦੇ ਮਨ ਦੇ ਵਿੱਚ ਸੱਚਾ ਪਰਮੇਸ਼ਰ ਵਸ ਗਿਆ, ਸਦਾ ਆਨੰਦ ਕਰਦੇ ਨੇ। ਤੇ ਉਹ ਫਿਰ ਸਾਰੇ ਕਿਸ ਨੂੰ ਦੇਖਦੇ ਨੇ? ਪਰਮੇਸ਼ਰ ਨੂੰ। ਕਿਉਂਕਿ ਕਰਮਖੰਡ ਤੇ ਸੱਚਖੰਡ ਇੱਕ ਹੀ ਪੌੜੀ ਹੈ। ਉੱਥੇ ਮਹਾਰਾਜ ਸਮਝਾਉਂਦੇ ਨੇ, ਸੱਚਖੰਡ ਵਸੈ ਨਿਰੰਕਾਰ। ਫਿਰ ਸੱਚਖੰਡ 'ਚ ਨਿਰੰਕਾਰ ਦਾ ਵਾਸਾ ਹੈ। ਕਰ ਕਰ ਵੇਖਾ ਨਦਰ ਨਿਹਾਲ। ਕਹਿੰਦੇ ਦੇਖਦਾ ਹੈ ਸਾਰਿਆਂ ਨੂੰ, ਤੇ ਉਹ ਜੀਵ ਉਸ ਨੂੰ ਦੇਖਦੇ ਨੇ। ਤੇ ਹੋਰ ਕੌਣ ਵਸਦੇ ਉੱਥੇ? ਤਿੱਥੈ ਖੰਡ ਮੰਡਲ ਬ੍ਰਹਮੰਡ। ਇਹ ਜਿੰਨੇ ਖੰਡ ਮੰਡਲ ਬ੍ਰਹਮੰਡ ਕਿੱਥੇ ਨੇ? ਸੱਚਖੰਡ ਦੇ ਵਿੱਚ ਨੇ। ਜੇ ਕੋ ਕਥੈ ਤਾਂ ਅੰਤ ਨਾ ਅੰਤ। ਹੋਰ ਕੌਣ ਵਸਦਾ? ਵਾਰ ਕਹਿੰਦੇ ਤਿੱਥੈ ਲੋ ਲੋ ਆਕਾਰ। ਜਿੰਨੇ ਇਹ ਲੋਕਾਂ ਦੇ ਆਕਾਰ ਨੇ ਕਿੱਥੇ ਵਸਦੇ ਨੇ? ਸੱਚਖੰਡ ਦੇ ਵਿੱਚ। ਜਿਵ ਜਿਵ ਹੁਕਮ ਤਿਵੇਂ ਤਿਵੇਂ ਕਰ। ਜਿਵੇਂ ਜਿਵੇਂ ਹੁਕਮ ਹੈ, ਜੋ ਜਿਹਾ ਹੁਕਮ ਉਹ ਜੀ ਕਾਰ ਕਰਦਾ ਹੈ ਜੀਵ।
ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰਨਾ ਸਾਰ। ਦੇਖਦਾ ਹੈ ਜੀ, ਵਿਗਸਦਾ ਹੈ, ਲੇਕਿਨ ਪਰਮੇਸ਼ਰ ਨੂੰ ਕਥਨਾ ਕਰਨਾ ਹੈ। ਕਿਉਂ ਕਥਨਾ ਕਰਨਾ ਹੈ? ਕਿਉਂਕਿ ਜਦ ਤੱਕ ਕਥਨ ਦੀ ਡਿਊਟੀ ਨਹੀਂ ਲਾਉਂਦਾ, ਕਥਿਆ ਨਹੀਂ ਜਾਂਦਾ। ਆ ਕਥਨ ਨੂੰ, ਕਥਨ ਦਾ ਸਾਨੂੰ ਭੇਤ ਕੌਣ ਦਿੰਦੇ ਨੇ? ਸੰਤ ਜਨ। ਆਵੋ ਸੰਤ ਪਿਆਰਿਓ, ਆ ਕਥ ਕੀ ਕਰੈ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਉਹਨਾਂ ਨੇ ਅਕਥ ਦੀ ਕਹਾਣੀ ਕਰਨੀ। ਕੀ ਕਰਨਾ ਹੈ? ਕਿ ਕਿਹੜਾ ਦਰ ਹੈ ਜਿੱਥੋਂ ਪ੍ਰਭੂ ਨੂੰ ਪਾਉਣਾ ਹੈ। ਸਾਡੇ ਅੰਦਰ ਕਿਹੜਾ ਦਰ ਹੈ? ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿੰਦੇ ਉਹ ਇੱਥੇ ਦਾ ਗਿਆਨ ਦਿੰਦੇ ਨੇ। ਸੱਚੀ ਬਾਣੀ ਹੈ, ਸੱਚਾ ਉਪਦੇਸ਼। ਉਸ ਨੂੰ ਆਪਾਂ ਸੁਣਾਂਗੇ, ਮੰਨ ਲਾਵਾਂਗੇ, ਤੇ ਫਿਰ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ। ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਇਹਦਾ ਕਥ ਦੀ ਕਹਾਣੀ ਨੂੰ ਕਥਨਾ ਹੈ। ਇਸ ਤਰੀਕੇ ਦੇ ਨਾਲ ਆਪਾਂ ਚੱਲਣਾ ਹੈ। ਆਓ ਹੁਣ ਆਪਾਂ ਸਾਰੇ ਹੀ ਅਭਿਆਸ ਕਰਦੇ ਹਾਂ। ਪਹਿਲਾਂ ਆਪਾਂ ਥੋੜ੍ਹਾ ਧਿਆਨ ਲਗਾਵਾਂਗੇ। ਕਿਵੇਂ ਲਗਾਉਣਾ ਹੈ? ਪਹਿਲਾਂ ਇਸ ਪੁਆਇੰਟ 'ਤੇ ਆਪਾਂ ਧਿਆਨ ਲਗਾਉਣਾ ਹੈ। ਇੱਥੇ ਧਿਆਨ ਲਾ ਕੇ ਦੇਖਣਾ ਹੈ ਕਿ ਸਾਨੂੰ ਨੱਕ ਨਜ਼ਰ ਆਉਂਦਾ ਕਿ ਨਹੀਂ ਆਉਂਦਾ। ਕਿਉਂਕਿ ਜੇ ਆਪਾਂ ਇੱਕ ਦ੍ਰਿਸ਼ਟੀ 'ਚ ਹੋਵਾਂਗੇ, ਨੱਕ ਨਹੀਂ ਨਜ਼ਰ ਆਏਗਾ। ਜੇ ਦੋ ਦ੍ਰਿਸ਼ਟੀ 'ਚ ਹੋਵਾਂਗੇ, ਨੱਕ ਦਿਸੇਗਾ। ਜੇ ਨੱਕ ਦਿਸਦਾ ਹੈ, ਫਿਰ ਆਪਾਂ ਇਹ ਦੇਖਣਾ ਹੁੰਦਾ ਵੀ ਕਿਸ ਪਾਸੇ ਤੋਂ ਦਿਸਦਾ ਹੈ। ਜੇ ਧਿਆਨ ਸੱਜੇ ਹੋਏਗਾ, ਸਾਨੂੰ ਇਸ ਪਾਸੇ ਨੱਕ ਦਿਸੇਗਾ। ਸੱਜੇ ਪਾਸੇ ਧਿਆਨ ਹੋਏਗਾ, ਇਸ ਪਾਸਿਓਂ ਨੱਕ ਦਿਸੇਗਾ। ਜੇ ਧਿਆਨ ਇਸ ਪਾਸੇ ਜ਼ਿਆਦਾ ਹੋਏਗਾ, ਨੱਕ ਖੱਬੇ ਪਾਸਿਓਂ ਦਿਸੇਗਾ। ਜੇ ਧਿਆਨ ਵਿਚਾਲੇ ਹੋਏਗਾ, ਫਿਰ ਦੋਨੋਂ ਪਾਸੇ ਤੋਂ ਨਜ਼ਰ ਆਏਗਾ। ਜਦੋਂ ਇੱਕ ਦ੍ਰਿਸ਼ਟ ਹੋ ਜਾਵਾਂਗੇ, ਨੱਕ ਨਹੀਂ ਦਿਸੇਗਾ। ਇਸ ਕਰਕੇ ਆਪਾਂ ਆਪਣੇ ਇਸ ਪੁਆਇੰਟ 'ਤੇ ਧਿਆਨ ਲਾ ਕੇ ਆਪਣੇ ਨੱਕ ਨੂੰ ਦੇਖਣਾ ਹੁੰਦਾ ਹੈ ਕਿ ਦਿਸਦਾ ਕਿ ਨਹੀਂ ਦਿਸਦਾ। ਇੱਕ ਦ੍ਰਿਸ਼ਟ ਹੋਵਾਂਗੇ, ਨਹੀਂ ਦਿਸਦਾ। ਦੋ ਦ੍ਰਿਸ਼ਟੀ 'ਚ ਹੋਵਾਂਗੇ, ਦਿਸਦਾ ਹੈ। ਫਿਰ ਇਹ ਦੇਖਣਾ ਕਿਸ ਪਾਸਿਓਂ ਦਿਸਦਾ, ਸੱਜੇ ਖੱਬੇ ਜਾਂ ਦੋਨੋਂ ਪਾਸਿਓਂ। ਇਹਨਾਂ ਦੇਖਾਂਗੇ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇਸ ਪੁਆਇੰਟ 'ਤੇ ਲੈ ਕੇ ਆਵਾਂਗੇ ਪਹਿਲਾਂ, ਫਿਰ ਇੱਧਰ ਨੂੰ ਚੱਲਾਂਗੇ। ਕਿਉਂਕਿ ਸਾਹਮਣੇ ਧਿਆਨ ਲੈ ਕੇ ਆਓ। ਆਪਾਂ ਸਾਹਮਣੇ ਦੇਖਾਂਗੇ। ਫਿਰ ਮੈਂ ਕਹਾਂਗਾ ਮਸਤਕ ਦੇ ਸਾਹਮਣੇ ਧਿਆਨ ਲੈ ਜਾਓ, ਤੇ ਆਪਾਂ ਪਲਕਾਂ ਉੱਤੇ ਚੁੱਕ ਦਾਂਗੇ। ਫਿਰ ਜਦੋਂ ਕਹਾਂਗਾ ਸਾਹਮਣੇ ਵਾਪਸ, ਫਿਰ ਸਾਹਮਣੇ ਦੇਖਾਂਗੇ। ਫਿਰ ਜਦੋਂ ਕਹਾਂਗਾ ਨੱਕ 'ਤੇ ਸਮ ਕਰਨਾ, ਫਿਰ ਨੱਕ 'ਤੇ ਸਮ ਕਰਕੇ ਦੇਖਾਂਗੇ। ਜਦੋਂ ਜੇ ਕੋਈ ਦੋ ਦ੍ਰਿਸ਼ਟੀ 'ਚ ਹੈ, ਵਿਸ਼ਵਾਸ ਦੇ ਨਾਲ ਧਿਆਨ ਲਗਾਉਣ ਦੇ ਨਾਲ ਕੀ ਹੋਏਗਾ? ਇੱਕ ਦ੍ਰਿਸ਼ਟ ਹੋ ਜਾਵਾਂਗੇ। ਇੱਕ ਦ੍ਰਿਸ਼ਟ ਹੋ ਜਾਵਾਂਗੇ, ਸਾਨੂੰ ਆਪਣਾ ਨੱਕ ਨਜ਼ਰ ਨਹੀਂ ਆਏਗਾ। ਉਸ ਤੋਂ ਬਾਅਦ ਫਿਰ ਆਪਾਂ ਧਿਆਉਣਾ ਹੈ, ਨੀਚੇ ਦਾ ਅਭਿਆਸ ਕਰਨਾ ਹੈ ਪਹਿਲਾਂ। ਆਓ ਸਾਰੇ ਹੀ, ਆਓ ਆਪਣੀ ਦ੍ਰਿਸ਼ਟੀ ਨੂੰ ਸਮ ਕਰਕੇ ਦੇਖੀਏ ਕਿ ਅਸੀਂ ਇੱਕ ਦ੍ਰਿਸ਼ਟੀ 'ਚ ਹਾਂ ਕਿ ਦੋ ਦ੍ਰਿਸ਼ਟੀ 'ਚ ਹਾਂ। ਨੱਕ ਦਿਸਦਾ ਜਾਂ ਨਹੀਂ ਦਿਸਦਾ। ਸਾਹਮਣੇ ਲੈ ਕੇ ਆਈਏ ਧਿਆਨ, ਸਾਹਮਣੇ ਦੇ। ਮਸਤਕ ਦੇ ਸਾਹਮਣੇ ਲੈ ਜਾਓ ਧਿਆਨ, ਪਲਕਾਂ ਉੱਤੇ ਚੁੱਕ ਦਿਓ।
फिर सामने लेके आइए ध्यान, सामने देखिए। फिर नक ते सम करके देखिए। देखना है जे कोई किसी नूं पहला नक दिसदा सी कि हुण दिसनों हट गया, जदों एक दृष्ट हो जावांगे नख नहीं नजर आएगा। ना नख पहला साडा जिहड़ा कदम है एक दृष्ट होना। जिथे मन नूं देवता कहा है, जिथे मन देवता बन जाता है, नीचे लै जाइए ध्यान। नीचे जो भी कपड़ा वगैरह विछया थले, इस तो आप थोड़ा उपर देखने की कोशिश करांगे, पर रिलैक्स, बिल्कुल रिलैक्स देखना, जोर नहीं लगाना। इत्थे सानू प्रकाश अनुभव होना शुरू होगा, इत्थे हलचल अनुभव होनी शुरू हो जाएगी। फिर सम करके अपने आप में देखिए, फिर दृष्टि सम करके नखते अपने आप में देखिए। फिर नीचे लै जाइए ध्यान।
अब फिर सम करके अपने आप में देखिए। फिर नीचे ले जाइए ध्यान।
अब फिर दृष्टि सम करके अपने आप को देखी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਜਦੋਂ ਆਪਾਂ ਨੇੜੇ ਦੇਖਾਂਗੇ, ਇਸ ਪੁਆਇੰਟ ਤੇ ਆਪਾਂ ਅਭਿਆਸ ਕਰਾਂਗੇ। ਇਹਨੂੰ ਕਹਿੰਦੇ ਨੇ ਸਾਸ ਗਰਾਸ ਧਿਆਉਣਾ। ਜਿੱਥੋਂ ਸਵਾਸ ਅੰਦਰ ਜਾਂਦਾ ਬਾਹਰ ਆਉਂਦਾ ਉੱਥੇ ਧਿਆਨ ਲਾਉਣਾ। ਮਰ ਸਮਝਾਉਂਦੇ ਨੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਸਵਾਸ ਗਰਾਸ ਤੇ ਆਉਣਾ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸੋ ਇਸ ਤਰੀਕੇ ਨਾਲ ਆਪਾਂ ਅਭਿਆਸ ਕਰਨਾ ਹੈ। ਨੇੜੇ ਉਸ ਨੂੰ ਦੇਖਣਾ ਹੈ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਵੇਖ। ਹਰ ਸੰਤੋ ਦੇਖੋ ਨਦਰ ਕਰ ਨਿਕਟ ਬਸੈ ਭਰਪੂਰ। ਗੁਰਮਤਿ ਜਿਨੀ ਪਛਾਣਿਆ ਸੇ ਵੇਖੈ ਸਦਾ ਹਾਜ਼ੂਰ। ਸਦਾ ਸਾਹਮਣੇ ਪ੍ਰਗਟ ਰਹਿੰਦਾ ਹੈ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।